ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਖਾਲਸਾ ਵਹੀਰ ਦੇ ਦੌਰਾਨ ਇੱਕ ਗੁਰੂ ਘਰ ਦੇ ਵਿੱਚ ਜੋ ਬੈਂਚ ਤੇ ਕੁਰਸੀਆਂ ਲੱਗੇ ਸੀ ਉਹਨਾਂ ਨੂੰ ਬਾਹਰ ਕਢਵਾਇਆ ਗਿਆ। ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਖਤ ਹੁਕਮ ਕਰਦੇ ਹਾਂ ਇਸ ਤਰ੍ਹਾਂ ਦੀ, ਤੇ ਮੈਨੂੰ ਲੱਗਦਾ ਹੈ ਕਿ ਇਹ ਕੱਟੜਤਾ ਜ਼ਿਆਦਾ ਹੈਗੀ ਹੈ। ਐਂ ਤਾਂ ਬਹੁਤ ਇਸ਼ੂਜ਼ ਰੇਜ਼ ਕੀਤੇ ਜਾ ਸਕਦੇ ਹੈਗੇ ਆ, ਕੰਪੈਰੀਟਿਵਲੀ ਦੇਖਣਾ ਚਾਹੀਦਾ, ਪਰ ਮਰਿਆਦਾ ਨਾਲ ਸਮਝੌਤਾ ਨਹੀਂ ਹੋ ਸਕਦਾ। ਭਾਵੇਂ ਕੋਈ ਵੀ ਪਰਸਨ ਆ, ਮੈਂ ਦੇਖਦਾ ਗੁਰਦੁਆਰਿਆਂ 'ਚ ਅਸਰ ਰਸੂਖ ਵਾਲੇ ਤਾਂ ਅਲੱਗ ਭੋਜਨ ਵੀ ਬਣਾ ਕੇ, ਜਿਹੜੇ ਖਾਸ ਬੰਦੇ ਆਉਂਦੇ ਉਹਨਾਂ ਨੂੰ ਅਲੱਗ ਭੋਜਨ ਵੀ ਬਣਾ ਕੇ ਦਿੱਤਾ ਜਾਂਦਾ। ਬੜੇ ਬਾਬੇ ਕਹਿੰਦੇ ਜੇ ਗੁਰੂ ਸਾਹਿਬ ਹੇਠਾਂ ਬੈਠੇ ਆ ਤਾਂ ਮਿੱਟੀ ਪੱਟ ਕੇ ਹੋਰ ਹੇਠਾਂ ਬਹਿ ਜਾਣਾ ਚਾਹੀਦਾ ਹੈ, ਇਹ ਨਿਰਾਦਰ ਹੈ। ਗੁਰੂ ਮੈਂ ਨਹੀਂ ਕਹਿੰਦਾ ਉਹ ਗੁਰੂ ਦੀ ਬਰਾਬਰੀ ਕਰਦੇ ਆ, ਪਰ ਇੱਕ ਮੈਥਡ ਗਲਤ ਜਾਂਦਾ ਜਿਹੜਾ ਸਿੱਖ ਹਿਸਟਰੀ 'ਚ ਕਦੇ ਨਹੀਂ ਗਿਆ, ਤੇ ਮਾਡਰਨ ਜਿਹੜੇ ਰੈਸ਼ਨਲ ਪੀਰੀਅਡ 'ਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਮਜਬੂਰੀ ਦੀ ਗੱਲ ਹੁੰਦੀ ਆ, ਉਹ ਮਜਬੂਰੀ ਹੋਰ ਹੈ, ਔਰ ਇੱਕ ਦ੍ਰਿਸ਼ਟੀਕੋਣ ਅਜਿਹਾ ਕਿ ਅਸੀਂ ਮਾਡਰਨ ਹੋਣਾ ਚਾਹੁੰਦੇ ਹਾਂ ਤੇ ਮਾਡਰਨਿਟੀ ਦੇ ਆਰਗੂਮੈਂਟ ਨਾਲ ਕਰਨਾ ਚਾਹੀਏ, ਉਹ ਗੱਲ ਗਲਤ ਹੈ। ਇਹ ਸਾਡੀ ਕਮਜ਼ੋਰੀ ਦੀ, ਲਾਚਾਰੀ ਦੀ ਨਿਸ਼ਾਨੀ ਹੈਗੀ ਆ। ਜਿਹੜਾ ਇੱਕ ਬਿਮਾਰ ਬੰਦਾ ਹੈ, ਇੱਕ ਡਿਸੇਬਲਡ ਬੰਦਾ ਹੈ, ਉਹ ਘਰ ਹੇਠਾਂ ਨਹੀਂ ਪੈਂਦਾ, ਜਾਂ ਉਹ ਜਿਹੜਾ ਕੰਮ ਕਰਨਾ, ਇਸ਼ਨਾਨ ਕਰਨਾ ਕਿਤੇ ਨੇ, ਮੰਨ ਲਓ ਗੁਰਸਿੱਖ ਨੇ ਕੇਸੀ ਇਸ਼ਨਾਨ ਕਰਨਾ, ਠੀਕ ਆ, ਉਹ ਕੁਰਸੀ ਤੇ ਵੀ ਬਹਿ ਸਕਦਾ, ਪਰ ਉਦੋਂ ਕੀ ਉਹ ਹੇਠਾਂ ਨਹੀਂ ਪੈਂਦਾ, ਜਾਂ ਜ਼ਮੀਨ ਤੇ ਨਹੀਂ ਪੈਂਦਾ, ਜਾਂ ਨਿਮਦਾ ਨਹੀਂ ਆ। ਜਿਹਨੂੰ ਬੈਕ ਦੀ ਪ੍ਰੋਬਲਮ ਉਹ ਨਹੀਂ ਨਿਮਦਾ। ਇਹ ਸਿਰਫ ਹੀਲ ਹੁੱਜਤਾਂ ਹੈ, ਹੋਰ ਕੁਝ ਨਹੀਂਗਾ। ਗੁਰੂ ਘਰ ਚੋਂ ਬੈਂਚ ਤੇ ਕੁਰਸੀਆਂ ਬਾਹਰ ਕੱਢੀਆਂ, ਫਿਰ ਉਹਨਾਂ ਨੂੰ ਅੱਗ ਤੱਕ ਲਾ ਦਿੱਤੀ ਗਈ ਏ। ਇਹ ਕਿਹਾ ਗਿਆ ਕਿ ਔਰ ਮੈਨੂੰ ਤੁਹਾਨੂੰ ਇਹ ਲੱਗਦਾ ਕਿ ਪਹਿਲਾਂ ਵਿਚਾਰ ਹੋਣਾ ਚਾਹੀਦਾ? ਮੈਨੂੰ ਇਹ ਤਰੀਕਾਕਾਰ ਠੀਕ ਨਹੀਂ ਲੱਗਦਾ ਜੀ। ਸੰਭਾਵਨਾ ਇਹ ਹੈ ਕਿ ਸਿੱਖ ਸਮਾਜ ਦੇ ਵਿੱਚ ਵੰਡੀਆਂ ਹੋਰ ਪੈਣ ਦੀ ਸੰਭਾਵਨਾ ਹੈ, ਜਿਹੜੀ ਮੈਨੂੰ ਦੁਖਦਾਈ ਗੱਲ ਲੱਗਦੀ ਹੈ। ਇਹ ਨਹੀਂ ਹੋਣਾ ਚਾਹੀਦਾ। ਕੀ ਇਹ ਮਾਹੌਲ ਨਹੀਂ ਬਣ ਜਾਊਗਾ ਕਿ ਸ਼ਾਇਦ ਜਿਹੜੇ ਇਸ ਅਪਰੋਚ ਦੇ ਧਾਰਨੀ ਨੇ ਉਹ ਜਾ ਕੇ ਬੜੇ ਵਾਇਲੈਂਟਲੀ ਵੀ ਉਹਨਾਂ ਨੂੰ ਕਹਿ ਸਕਦੇ ਕਿ ਕੁਰਸੀਆਂ ਬਾਹਰ ਕੱਢੋ? ਇੱਕ ਗੁਰਦੁਆਰੇ 'ਚ 40 ਜਿਹੜੀਆਂ ਕੁਰਸੀਆਂ ਡਾਈਆਂ ਹੋਈਆਂ, ਹੁਣ ਉੱਥੇ 40 ਡਿਸੇਬਲਡ ਆ। ਇੱਕ ਡਿਸੇਬਲ ਦੇ ਬਹਾਨੇ ਦੇ ਨਾਲ ਜਿਹੜੇ ਹੈਗੇ ਆ ਇੰਨੀਆਂ ਕੁਰਸੀਆਂ ਡਾਈਆਂ ਜਾਂਦੀਆਂ, ਉਹ ਗਲਤ ਆ। ਸੰਪਰਤਾਵਾਂ ਦੇ ਮੁਖੀਆਂ ਦੀਆਂ ਤਸਵੀਰਾਂ ਨੇ ਜਿਹੜੇ ਆਪ ਕੁਰਸੀਆਂ ਤੇ ਬੈਠੇ ਹੋਏ ਨੇ ਖਾਸ, ਔਰ ਜਿਹੜੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਵੀ ਇੱਕ ਜਿਹੜੀ ਵੀਡੀਓ ਆਈ ਜਿੱਥੇ ਉਹ ਲੰਗਰ ਛਕਣ ਤੋਂ ਬਾਅਦ ਮੰਜੇ ਦੇ ਉੱਤੇ ਬੈਠੇ ਹੀ ਹੱਥ ਧੋਂਦੇ ਹੋਏ ਨਜ਼ਰ ਆ ਰਹੇ ਹੈ, ਤਾਂ ਕੀ ਇਹ ਵੀ ਟ੍ਰੈਡੀਸ਼ਨ ਦਾ ਹਿੱਸਾ ਹੈ? ਬਹਾਨੇ ਘੜ ਰਹੇ ਆ। ਅਦਰਵਾਈਜ਼ ਜੇ ਸਿੱਖ ਆਪਦੀ ਮਰਿਆਦਾ 'ਚ ਪੱਕੇ ਹੋਣਗੇ, ਨਾ ਉਹਨਾਂ ਨੂੰ ਕੋਈ ਸਰੀਰ ਦਾ ਦਰਦ, ਨਾ ਕਿਸੇ ਹੋਰ ਕਿਸਮ ਦਾ, ਨਾ ਫਿਜ਼ੀਕਲ ਡਿਸੇਬਿਲਟੀ, ਕੋਈ ਚੀਜ਼ ਉਹਨਾਂ ਦੇ ਰਾਹ 'ਚ ਬਾਧਾ ਨਹੀਂ ਬਣਦੀ। ਆਪਸੀ ਵਿਚਾਰ ਵਟਾਂਦਰੇ ਨਾਲ ਕੋਈ ਹੱਲ ਇਹਦਾ ਲੱਭ ਲੈਣਾ ਚਾਹੀਦਾ ਹੈ। ਜਿੰਨਾ ਚਿਰ ਨਹੀਂ ਲੱਭਿਆ ਜਾ ਸਕਦਾ, ਉਹਨਾਂ ਚਿਰ ਜੋ ਰਵਾਇਤ ਚੱਲ ਰਹੀ ਹੋਈ ਹੈ ਉਹਨੂੰ ਪ੍ਰਵਾਨ ਕਰਨਾ ਚਾਹੀਦਾ। ਔਨ ਏਅਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਖਾਲਸਾ ਵਹੀਰ ਦੇ ਦੌਰਾਨ ਇੱਕ ਗੁਰੂ ਘਰ ਦੇ ਵਿੱਚ ਜੋ ਬੈਂਚ ਤੇ ਕੁਰਸੀਆਂ ਲੱਗੇ ਸੀ ਉਹਨਾਂ ਨੂੰ ਬਾਹਰ ਕਢਵਾਇਆ ਗਿਆ, ਔਰ ਇਹ ਅਪੀਲ ਕੀਤੀ ਸੰਗਤ ਨੂੰ ਕਿ ਇਹ ਮਰਿਆਦਾ ਨਹੀਂ ਹੈ, ਔਰ ਮਰਿਆਦਾ ਦੇ ਤਹਿਤ ਜੇ ਗੁਰੂ ਸਾਹਿਬ ਦੇ ਤਾਬਿਆਂ 'ਚ ਬੈਠਣਾ ਹੈ ਜਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਣਾ ਹੈ ਤਾਂ ਫਿਰ ਹੇਠਾਂ ਬੈਠਣਾ ਹੀ ਮੁਨਾਸਬ ਹੈ। ਕੁਰਸੀਆਂ ਜਾਂ ਬੈਂਚਾਂ ਤੇ ਬੈਠਣਾ ਸਾਡੀ ਪਰੰਪਰਾ, ਸਾਡੀ ਮਰਿਆਦਾ ਨਹੀਂ ਹੈ, ਇਹ ਗਲਤ ਹੈ। ਇਸ ਦੇ ਬਾਰੇ ਦੋ ਤਰ੍ਹਾਂ ਦੀ ਧਾਰਨਾ ਜਿਹੜੀ ਹੈ ਉਹ ਬਣੀ ਹੈ, ਔਰ ਸਿੱਖ ਸਮਾਜ ਦੇ ਵਿੱਚ ਦੋ ਤਰ੍ਹਾਂ ਦੀ ਗੱਲ ਇਹਦੇ ਸਾਹਮਣੇ ਆ ਰਹੀ ਹੈ। ਬਹੁਤ ਸਾਰੇ ਲੋਕ ਕਹਿ ਰਹੇ ਹੈ ਕਿ ਗਲਤ ਨਹੀਂ ਹੈ, ਬਹੁਤ ਸਾਰੇ ਲੋਕ ਕਹਿ ਰਹੇ ਹੈ ਕਿ ਇਹ ਗਲਤ ਹੈ। ਇਸੇ ਨੂੰ ਬਹੁਤ ਕੰਸਟਰਕਟਿਵ ਤਰੀਕੇ ਦੇ ਨਾਲ ਅਸੀਂ ਅੱਜ ਇਸ ਚਰਚਾ ਨੂੰ, ਇਸ ਗੱਲਬਾਤ ਨੂੰ, ਇਸ ਵਿਸ਼ੇ ਨੂੰ ਇਹ ਚਰਚਾ ਦੇ ਰੂਪ ਦੇ ਵਿੱਚ ਅਸੀਂ ਲੈ ਕੇ ਆਏ ਹਾਂ। ਸਾਡੇ ਨਾਲ ਪੰਜਾਬ ਤੋਂ ਦੋ ਸਿੱਖ ਚਿੰਤਕ ਉਹ ਜੁੜੇ ਨੇ। ਡਾਕਟਰ ਕੇਰ ਸਿੰਘ ਸਾਹਿਬ ਦਾ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ। ਪਟਿਆਲਾ ਯੂਨੀਵਰਸਿਟੀ ਤੋਂ ਡਾਕਟਰ ਕੇਰ ਸਿੰਘ ਸਾਹਿਬ ਸਿੱਖ ਚਿੰਤਕ ਨੇ, ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਿਮਰਜੀਤ ਸਿੰਘ ਸਾਡੇ ਨਾਲ ਜੁੜੇ ਨੇ, ਸਿੱਖ ਸਕਾਲਰ ਨੇ, ਪਟਿਆਲਾ ਯੂਨੀਵਰਸਿਟੀ ਤੋਂ ਨੇ ਵੀ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਡਾਕਟਰ ਕੇਰ ਸਿੰਘ ਹੋਣਾ ਵੱਲ ਆਉਣਾ। ਡਾਕਟਰ ਸਾਹਿਬ, ਤੁਹਾਡਾ ਓਪੀਨੀਅਨ ਇਹਦੇ ਤੇ ਕੀ ਹੈ? ਕਿਉਂਕਿ ਪਹਿਲਾਂ ਅੱਜ ਤੋਂ 15, 20, 25 ਸਾਲ ਪਹਿਲਾਂ ਕਦੇ ਅਸੀਂ ਦੇਖਦੇ ਨਹੀਂ ਸੀ ਕਿ ਕੁਰਸੀਆਂ ਜਾਂ ਬੈਂਚ ਜਿਹੜੇ ਅੰਦਰ ਹੁੰਦੇ ਸੀ। ਪਿਛਲੇ 10-15 ਸਾਲਾਂ 'ਚ ਰਿਵਾਜ ਵਧਿਆ। ਇਹ ਠੀਕ ਹੈ ਜਾਂ ਗਲਤ ਹੈ ਜੀ?
ਸਰਦਾਰ ਸਾਹਿਬ ਇਸ ਤਰ੍ਹਾਂ ਹੈ ਕਿ ਇਹ ਮਸਲੇ ਨੂੰ ਤੁਸੀਂ ਜੇ ਤੇ ਆਪਾਂ ਬਿਲਕੁਲ ਸਟ੍ਰਿਕਟ ਹੋ ਕੇ ਦੇਖਾਂਗੇ ਔਰ ਜੋ ਅੱਜ ਦੀ ਅਵਸਥਾ ਹੈ ਸਿੱਖ ਸਮਾਜ ਦੇ ਵਿੱਚ, ਜਿਸ ਕਿਸਮ ਦੇ ਸ਼ਰਧਾਲੂ ਗੁਰੂ ਘਰਾਂ ਵਿੱਚ ਜਾਂਦੇ ਹੈ, ਉਹਨਾਂ ਦੀ ਸਰੀਰਕ ਅਵਸਥਾ ਕੀ ਹੈ, ਕੀ ਉਹ ਆਪਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ। ਇਹਦੇ ਵਿੱਚ ਜੇ ਆਪਾਂ ਸਟ੍ਰਿਕਟ ਮਰਿਆਦਾ ਦੀ ਗੱਲ ਕਰਾਂਗੇ ਤੇ ਫਿਰ ਲੱਗਦਾ ਇਹ ਹੈ ਕਿ ਅਸੀਂ ਉਹਨਾਂ ਸ਼ਰਧਾਲੂਆਂ ਨੂੰ ਜਿਹੜੇ ਗੁਰੂ ਘਰ ਜਾਣਾ ਚਾਹੁੰਦੇ ਆ ਪਰ ਸਰੀਰਕ ਮਜਬੂਰੀ ਕਰਕੇ ਉਹਨਾਂ ਨੂੰ ਬੈਠਣਾ ਔਖਾ ਹੋ ਜਾਂਦਾ ਹੈ, ਚਾਹੇ ਉਮਰ ਕਰਕੇ ਹੋਵੇ ਜਾਂ ਕਿਸੇ ਰੋਗ ਕਰਕੇ ਹੋਵੇ, ਪਰ ਉਹ ਸ਼ਰਧਾ ਵਸ ਗੁਰੂ ਘਰ ਨਤਮਸਤਕ ਹੋਣਾ ਚਾਹੁੰਦੇ ਆ, ਉੱਥੇ ਵਿਚਾਰ ਸੁਣਨਾ ਚਾਹੁੰਦੇ ਆ, ਉੱਥੇ ਕੀਰਤਨ ਕਥਾ ਸੁਣਨਾ ਹੈ। ਉਹਨਾਂ ਦੇ ਵਾਸਤੇ ਕੋਈ ਨਾ ਕੋਈ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਗੁਰੂ ਘਰਾਂ ਕਿ ਜੇ ਆਪਾਂ ਇਹ ਗੱਲ ਦੀ ਮਨਾਹੀ ਕਰ ਦਿਆਂਗੇ ਤੇ ਆਪਾਂ ਫਿਰ ਇਹੋ ਜਿਹੇ ਸਰੀਰਾਂ ਵਾਲੇ ਲੋਕਾਂ ਨੂੰ ਗੁਰੂ ਘਰ ਤੋਂ ਆਪਾਂ ਦੂਰ ਰੱਖਾਂਗੇ। ਮੇਰੇ ਮੁਤਾਬਕ ਇਹਦਾ ਕੋਈ ਨਾ ਕੋਈ ਪ੍ਰਬੰਧ ਹੋਣਾ ਜ਼ਰੂਰ ਚਾਹੀਦਾ ਹੈ, ਇਹਦੇ ਬਾਰੇ ਆਮ ਸਹਿਮਤੀ ਬਣਨੀ ਚਾਹੀਦੀ ਹੈ। ਮੇਰੀ ਜਾਣਕਾਰੀ ਜਿੱਥੋਂ ਤੱਕ ਹੈ ਭਾਈ ਸਾਹਿਬ ਉਹ ਇਹ ਹੈ ਕਿ ਇਹ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋਗਿੰਦਰ ਸਿੰਘ ਮੈਦਾਂਤੀ ਜਦੋਂ ਜਥੇਦਾਰ ਸੀਗੇ, ਸ਼ਾਇਦ 2001-2 ਦੀ ਗੱਲ ਹੋਵੇ, ਮੈਨੂੰ ਸਾਲ ਬਾਰੇ ਪੱਕਾ ਤੇ ਨਹੀਂ ਪਤਾ, ਉਦੋਂ ਇਹ ਮਸਲਾ ਆਇਆ ਜ਼ਰੂਰ ਸੀਗਾ ਕਿਉਂਕਿ ਉਦੋਂ ਵੀ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦੇ ਵਿੱਚੋਂ ਇਹ ਪ੍ਰਸ਼ਨ ਆਉਂਦੇ ਸੀ ਕਿ ਕੀ ਗੁਰੂ ਘਰਾਂ ਦੇ ਵਿੱਚ ਜਿਹੜੇ ਇਹੋ ਜਿਹੇ ਸੱਜਣ ਹਨ ਉਹਨਾਂ ਦੇ ਲਈ ਕੋਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ ਕਿ ਨਹੀਂ ਕੀਤੇ ਜਾਣੇ ਚਾਹੀਦੇ। ਤੇ ਉਦੋਂ ਇਹੀ ਫੈਸਲਾ ਹੋਇਆ ਸੀਗਾ ਅਕਾਲ ਤਖਤ ਸਾਹਿਬ ਤੋਂ ਕਿ ਅਜਿਹੇ ਸਰੀਰਕ ਤੌਰ ਤੇ ਜਿਹੜੇ ਬੰਦੇ ਜਿਨ੍ਹਾਂ ਦੀ ਕੋਈ ਸਮੱਸਿਆ ਹੈਗੀ ਹੈ, ਉਹਨਾਂ ਦਾ ਗੁਰੂ ਘਰਾਂ ਦੇ ਵਿੱਚ ਬੈਠਣ ਲਈ ਕੋਈ ਨਾ ਕੋਈ ਯੋਗ ਪ੍ਰਬੰਧ ਹੋਣਾ ਚਾਹੀਦਾ। ਲਫ਼ਜ਼ ਉਹਨਾਂ ਨੇ ਯੋਗ ਪ੍ਰਬੰਧ ਦਾ ਕਿਹਾ ਸੀਗਾ, ਜਿਸ ਤੋਂ ਇਹ ਇਸ਼ਾਰਾ ਇਹੀ ਸੀ ਕਿ ਉਹਨਾਂ ਲਈ ਕੋਈ ਨਾ ਕੋਈ ਅਜਿਹਾ ਸਥਾਨ ਜ਼ਰੂਰ ਹੋਣਾ ਚਾਹੀਦਾ ਹੈ ਜਿੱਥੇ ਕੋਈ ਪਰਦਾ ਵੀ ਕੀਤਾ ਜਾ ਸਕਦਾ ਹੈ, ਕਿ ਜੋ ਛੋਟੀਆਂ ਪੀੜ੍ਹੀਆਂ ਰੱਖੀਆਂ ਜਾ ਸਕਦੀਆਂ ਜਿੱਥੇ ਬੈਠ ਸਕਦੇ ਹੈ। ਪਰ ਉਹ ਹੁਣ ਇਹ ਹੈ ਕਿ ਇੱਕ ਤਾਂ ਇਹਦੇ ਬਾਰੇ ਜੋ ਮੇਰੀ ਜਾਣਕਾਰੀ ਹੋ ਸਕਦਾ ਗਲਤ ਹੋਵੇ, ਪਰ ਮੇਰਾ ਖਿਆਲ ਇਹ ਠੀਕ ਹੈ ਮੇਰੀ ਯਾਦਦਾਸ਼ਤ 'ਚ ਕਿ ਇਹ ਫੈਸਲਾ ਅਕਾਲ ਤਖਤ ਸਾਹਿਬ ਤੋਂ ਇੱਦਾਂ ਦਾ ਹੋਇਆ ਸੀ। ਕੀ ਇਹ ਨਿਰਾਦਰ ਹੈ ਕਿ ਜੇ ਛੋਟੀ ਪੀੜ੍ਹੀ ਜਾਂ ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਹੋਣਾ ਦੀ ਉਸ ਗੱਲ ਨੂੰ ਕੋਟ ਕਰਕੇ ਕਹਿ ਰਿਹਾ ਮੈਂ ਕਿ ਉਹ ਕਹਿੰਦੇ ਜੇ ਗੁਰੂ ਸਾਹਿਬ ਹੇਠਾਂ ਬੈਠੇ ਹੈ ਤਾਂ ਮਿੱਟੀ ਪੱਟ ਕੇ ਹੋਰ ਹੇਠਾਂ ਬਹਿ ਜਾਣਾ ਚਾਹੀਦਾ ਹੈ, ਇਹ ਨਿਰਾਦਰ ਹੈ। ਜੇ ਤੁਸੀਂ ਬਰਾਬਰਤਾ ਕੀ ਇਸ ਤਰੀਕੇ ਨਾਲ ਲੈਣਾ ਚਾਹੀਦਾ ਇਹਨੂੰ? ਮੇਰੇ ਮੁਤਾਬਕ ਦੇਖੋ, ਨਰਾਦਰ ਜਿਹੜਾ ਨਾ ਇੱਕ ਇਹਦੇ ਦੋਨੋਂ ਪੱਖ ਹੁੰਦੇ। ਇੱਕ ਤਾਂ ਹੈ ਕਿ ਮਾਨਸਿਕਤਾ ਕੀ ਹੈ ਕਿ ਕੋਈ ਜਾਣ ਬੁੱਝ ਕੇ ਇਸ ਤਰ੍ਹਾਂ ਕਰਦਾ ਹੈ ਤੇ ਉਹ ਤੇ ਬਿਲਕੁਲ ਜ਼ਾਹਰਾ ਤੌਰ ਤੇ ਇਸ ਤਰ੍ਹਾਂ ਦੀ ਹੁੰਦੀ। ਦੂਸਰੀ ਹੁੰਦੀ ਹੈ ਕਿ ਸ਼ਰਧਾ ਹੈਗੀ ਆ, ਕੋਈ ਇਹੋ ਜਿਹਾ ਮਨ ਵਿੱਚ ਨਹੀਂ ਹੈ ਕਿ ਕੋਈ ਨਰਾਦਰ ਕਰਨਾ, ਉਹ ਸਰੀਰਕ ਮਜਬੂਰੀ ਚੋਂ ਇਹ ਗੱਲ ਨਿਕਲ ਰਹੀ ਹੋਈ ਹੈ। ਜਿਹੜੀ ਮਾਨਸਿਕਤਾ ਹੈ ਉਹ ਹੈ ਕਿ ਜਿਹਨੂੰ ਆਪਾਂ ਕਹਿੰਦੇ ਆ ਕਿ ਤੁਹਾਡਾ ਦ੍ਰਿਸ਼ਟੀਕੋਣ ਕੀ ਹੈ, ਤੁਸੀਂ ਢਿੱਡੋਂ ਕੀ ਚਾਹੁੰਦੇ ਹੋ, ਤੁਹਾਡਾ ਮਨ ਕੀ ਕਹਿ ਰਿਹਾ ਹੋਇਆ ਕਿ ਤੁਸੀਂ ਜਾਣ ਬੁੱਝ ਕੇ ਇਹੋ ਜਿਹੀ ਗੱਲ ਕਰ ਰਹੇ ਹੋ, ਉਹ ਗੱਲ ਬਿਲਕੁਲ ਉਹ ਮਰਿਆਦਾ ਦੀ ਉਲੰਘਣਾ ਹੈਗੀ ਹੈ ਔਰ ਉਹ ਗਲਤ ਹੁੰਦੀ ਹੈ ਗੱਲ। ਜੇ ਕੋਈ ਆਪਣੀ ਲਾਚਾਰੀ ਚੋਂ ਇਸ ਤਰ੍ਹਾਂ ਦੀ ਗੱਲ ਕਰਦਾ ਤੇ ਮੈਨੂੰ ਲੱਗਦਾ ਕਿ ਉਹ ਮਰਿਆਦਾ ਦੀ ਉਲੰਘਣਾ ਨਹੀਂ ਮੰਨਣੀ ਚਾਹੀਦੀ। ਇਹੋ ਜਿਹੇ ਜਿਹੜੇ ਸਰੀਰਾਂ ਵਾਲੇ ਬੰਦਿਆਂ ਨੂੰ ਛੋਟ ਦੇਣੀ ਚਾਹੀਦੀ ਹੈ। ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਖਤ ਹੁਕਮ ਕਰਦੇ ਹਾਂ ਇਸ ਤਰ੍ਹਾਂ ਦੀ, ਤੇ ਮੈਨੂੰ ਲੱਗਦਾ ਹੈ ਕਿ ਇਹ ਕੱਟੜਤਾ ਜ਼ਿਆਦਾ ਹੈਗੀ ਹੈ। ਤੇ ਉਹ ਜਿਸ ਤਰ੍ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ ਇੱਕ ਸਤਕਾਰ ਕਮੇਟੀਆਂ ਬਣੀਆਂ ਹੋਈਆਂ ਕਈ, ਉਹਨਾਂ ਨੇ ਵੀ ਪੰਗਾ ਬਹੁਤ ਕਈ ਥਾਂ ਤੇ ਪਾਇਆ। ਸਤਕਾਰ ਕਮੇਟੀਆਂ ਨੇ ਵੀ ਉਹ ਲੋੜ ਨਾਲੋਂ ਵੱਧ ਜਿਹੜੀ ਉਹਨਾਂ ਨੇ ਸਟ੍ਰਿਕਟਨੈਸ ਦਿਖਾਈ ਤੇ ਉਹ ਸੁਸਾਇਟੀ ਸਿੱਖ ਸਮਾਜ ਦੇ ਵਿੱਚ ਦਫਾੜ ਹੈ। ਮੇਰੀ ਤਾਂ ਬੇਨਤੀ ਇਹੀ ਰਹਿੰਦੀ ਹੈ ਕਿ ਤੁਸੀਂ ਉਹ ਦੇਖੋ ਵੀ ਜਿਹਦੇ ਨਾਲ ਸਿੱਖ ਸਮਾਜ ਦੇ ਵਿੱਚ ਤੁਸੀਂ ਵੰਡੀਆਂ ਘੱਟ ਤੋਂ ਘੱਟ ਪਾਓ ਤੇ ਆਮ ਸਹਿਮਤੀ ਬਣਾਓ। ਜਿਹੜੀ ਵੀ ਸਮੱਸਿਆ
ਆਉਂਦੀ ਹੈ। ਜਿਸ ਕਿਸਮ ਦੀਆਂ ਸਾਡੀਆਂ ਇਸ ਵੇਲੇ ਫੌਰੀ ਲੋੜਾਂ ਹਨ, ਫੌਰੀ ਸਮੱਸਿਆਵਾਂ ਹਨ, ਉਹਨਾਂ ਬਾਰੇ ਆਮ ਸਹਿਮਤੀ ਚਾਹੀਦੀ ਹੈ। ਇਸ ਤਰ੍ਹਾਂ ਦੇ ਹੁਕਮ ਜਿਹੜੇ ਆ ਨਾ ਸਖਤੀ ਨਾਲ ਲਾਗੂ ਨਹੀਂ ਕਰਨੇ ਚਾਹੀਦੇ। ਸਾਡੇ ਕੋਲ ਉਹਦਾ ਪਲੇਟਫਾਰਮ ਸ਼੍ਰੀ ਅਕਾਲ ਮੈਂ ਤਖਤ ਸਾਹਿਬ। ਡਾਕਟਰ ਸਾਹਿਬ ਤੁਹਾਨੂੰ ਟੋਕ ਰਿਹਾ, ਇੱਕ ਛੋਟਾ ਜਿਹਾ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਕਿ ਜਿਹੜੀ ਇਹ ਅਸੀਂ ਜਿਹੜੀ ਇਹ ਤਬਦੀਲੀ ਲੈ ਕੇ ਆਉਨੇ ਆ ਸਮੇਂ ਦੇ ਨਾਲ ਹਿਸਟੋਰੀਕਲੀ ਅੱਜ ਤੋਂ 50 ਸਾਲ ਜਾਂ 100 ਸਾਲ ਬਾਅਦ, ਕੀ ਇਹ ਹਿਸਟੋਰੀਕਲ ਫੈਕਟਸ ਨਹੀਂ ਬਣ ਜਾਂਦੇ ਕਿ ਉਹ ਕੱਲ ਨੂੰ ਉਦਾਹਰਨਾਂ ਦੇਣਗੇ ਕਿ ਦੇਖੋ ਜੀ ਕੋਈ ਨਵੀਂ ਗੱਲ ਨਹੀਂ ਹੈ, ਇਸ ਤੋਂ ਪਹਿਲਾਂ ਵੀ 100 ਸਾਲ ਪਹਿਲਾਂ ਵੀ ਗੁਰੂ ਘਰਾਂ ਦੇ ਵਿੱਚ ਕੁਰਸੀਆਂ, ਟੇਬਲ ਔਰ ਇਹ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਸੀਗੀਆਂ, ਔਰ ਹੋ ਸਕਦਾ ਹੈ ਕਿ ਜਿਹੜੇ ਫਿਜ਼ੀਕਲੀ ਚੈਲੰਜਡ ਲੋਕ ਜਾਂ ਜਿਹੜੇ ਨਹੀਂ ਬਹਿ ਸਕਦੇ ਉਹ ਵੀ ਹੌਲੀ ਹੌਲੀ ਚਰਚ ਦੇ ਤੌਰ 'ਤੇ, ਜਿਵੇਂ ਚਰਚਾਂ ਦੇ ਵਿੱਚ ਗਿਰਜਾ ਘਰਾਂ 'ਚ ਬਹਿੰਦੇ ਹੋ, ਸ਼ਾਇਦ ਬੈਠਣਾ ਸ਼ੁਰੂ ਕਰ ਦੇਣ। ਮੈਂ ਸਿਮਰਨਜੀਤ ਸਿੰਘ ਹੋਣਾ ਵੱਲ ਵੀ ਜਾ ਰਿਹਾ ਇਸ ਤੋਂ ਬਾਅਦ, ਇਹਦੇ ਤੇ ਮੈਂ ਤੁਹਾਡਾ ਜਵਾਬ ਚਾਹੁੰਦਾ ਜੀ। ਉਹ ਇਸ ਤਰ੍ਹਾਂ ਹੈ ਜੀ, ਦੇਖੋ ਇਹ ਜਿਹੜੀ ਹੁੰਦੀ ਨਾ, ਜਿਹਨੇ ਤੇ ਟੋਚਰ ਡਾਉਣੀ ਹੋਵੇ ਤੇ ਦਲੀਲ ਦੇਣੀ ਹੋਵੇ, ਉਹਦੀਆਂ ਦਲੀਲ ਦੀਆਂ ਵਿੱਚੋਂ ਇਹ ਲੌਜਿਕ ਇੱਥੇ ਅਪਲਾਈ ਨਹੀਂ ਹੁੰਦਾ। ਇਹਦੇ ਵਿੱਚ ਭਾਵਨਾ ਜਿਹੜੀ ਆ ਨਾ ਜੀ, ਉਹ ਬੜਾ ਮਹੱਤਵਪੂਰਨ ਗੱਲ ਹੈ ਕਿ ਭਾਵਨਾ ਕੀ ਹੈ, ਕਿਸ ਭਾਵਨਾ ਤਹਿਤ ਕੀਤਾ ਜਾ ਰਿਹਾ, ਕਿਸ ਪ੍ਰਭਾਵ ਤਹਿਤ ਕੀਤਾ ਜਾ ਰਿਹਾ। ਜੇ ਤੇ ਉਹ ਹੈਗਾ ਕਿ ਮਾਡਰਨਾਈਜ਼, ਸੋ ਕਾਲਡ ਮਾਡਰਨਾਈਜੇਸ਼ਨ ਜਿਸ ਨੂੰ ਆਪਾਂ ਕਹਿੰਦੇ ਆ, ਉਹਦੇ ਨਾਲ ਤੁਸੀਂ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਹੋ, ਤੇ ਉਹ ਬਿਲਕੁਲ ਉਹਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇੱਕ ਮਜਬੂਰੀ ਦੀ ਗੱਲ ਹੁੰਦੀ ਆ, ਉਹ ਮਜਬੂਰੀ ਹੋਰ ਹੈ, ਔਰ ਇੱਕ ਦ੍ਰਿਸ਼ਟੀਕੋਣ ਅਜਿਹਾ ਕਿ ਅਸੀਂ ਮਾਡਰਨ ਹੋਣਾ ਚਾਹੁੰਦੇ ਹਾਂ ਤੇ ਮਾਡਰਨਿਟੀ ਦੇ ਆਰਗੂਮੈਂਟ ਨਾਲ ਕਰਨਾ ਚਾਹੀਏ, ਉਹ ਗੱਲ ਗਲਤ ਹੈ। ਮਜਬੂਰੀ ਹੋਰ ਹੈ, ਮਾਡਰਨਿਟੀ ਦੀ ਵਿਚਾਰਧਾਰਾ ਜਿਹੜੀ ਹੈ ਉਹ ਹੋਰ ਹੈ। ਇਹ ਦੋ ਅੱਡ-ਅੱਡ ਦ੍ਰਿਸ਼ਟੀਕੋਣ ਹੈ, ਇਹਨਾਂ ਵਿੱਚ ਨਖੇੜਾ ਕਰਨਾ ਚਾਹੀਦਾ ਮੇਰੇ ਮੁਤਾਬਕ। ਹਾਂਜੀ ਜੀ ਸਿਮਰਨਜੀਤ ਸਿੰਘ ਸਾਹਿਬ, ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ। ਜਿਵੇਂ ਡਾਕਟਰ ਕੇਰ ਸਿੰਘ ਕਹਿ ਰਹੇ, ਉਹਨਾਂ ਨੇ ਇੱਕ ਸ਼ਬਦ ਵਰਤਿਆ ਕਿ ਕੱਟੜਤਾ ਜ਼ਿਆਦਾ ਨਜ਼ਰ ਆਉਂਦੀ ਹੈ, ਕਿ ਜੇ ਫਿਜ਼ੀਕਲ ਪ੍ਰੋਬਲਮਸ ਹੈ ਕਿਸੇ ਨੂੰ ਤੇ ਇਹਦੇ 'ਚ ਕੀ ਇਤਰਾਜ਼ ਹੈ ਕਿ ਉਹ ਬੈਂਚ ਦੇ ਉੱਤੇ ਜਾਂ ਪੀੜੀ ਦੇ ਉੱਤੇ ਜਾਂ ਅੰਦਰ ਕਿਸੇ ਛੋਟੀ ਕੁਰਸੀ ਦੇ ਉੱਤੇ ਜੇ ਉਹ ਬੈਠ ਰਿਹਾ ਤਾਂ। ਡਾਕਟਰ ਸਾਹਿਬ ਤੁਹਾਡੇ ਬਹੁਤ ਸਤਿਕਾਰਤ ਹੈ ਜੀ। ਇੱਕ ਗੱਲ ਤਾਂ ਉਹਨਾਂ ਨੇ ਚੰਗਾ ਪੁਆਇੰਟ ਰੇਜ਼ ਕੀਤਾ ਹੈ ਕਿ ਮਾਡਰਨ ਇਸ਼ੂਜ਼ ਦੇ ਅਕੋਰਡਿੰਗ ਜੇ ਕੋਈ ਕਰਦਾ ਹੈਗਾ ਤਾਂ ਉਹ ਨਹੀਂ ਹੋਣਾ ਚਾਹੀਦਾ, ਜਿਵੇਂ ਮੋਡਰਨਿਟੀ ਦੇ ਪ੍ਰਭਾਵ 'ਚ ਇਹ ਚੀਜ਼ਾਂ ਹੋ ਰਹੀਆਂ। ਪਰ ਦੇਖੋ, ਮੇਰਾ ਜਿਹੜਾ ਮੰਨਣਾ ਹੈ, ਮੇਰਾ ਵਿਚਾਰ ਆ ਵੀ ਅਸੀਂ ਜੋ ਕੁਛ ਲੈਂਦੇ ਹਾਂ, ਟਾਈਮ ਜਿਹੜਾ ਧਰਮ ਪ੍ਰੈਜ਼ੈਂਟ ਸਿਨੈਰੀਓ 'ਚ ਵੀ ਜਦੋਂ ਅਸੀਂ ਉਹਨੂੰ ਦੇਖਦੇ ਹਾਂ, ਉਹ ਪਰੰਪਰਾ 'ਚੋਂ ਦੇਖਿਆ ਜਾਊਗਾ, ਉਹਦੇ ਇਤਿਹਾਸ 'ਚੋਂ ਦੇਖਿਆ ਜਾਊਗਾ, ਉਹਦੀ ਮਰਿਆਦਾ ਤੋਂ ਦੇਖਿਆ ਜਾਊਗਾ, ਉਹਦੇ ਜਨਮਦਾਤਿਆਂ ਦੀਆਂ ਜਿਹੜੀਆਂ ਹੈਗੀਆਂ ਸਮੇਂ ਤੋਂ ਦੇਖਿਆ ਜਾਊਗਾ, ਤੇ ਉਦੋਂ ਦੀਆਂ ਪਰੰਪਰਾ 'ਚੋਂ ਦੇਖਿਆ ਜਾਊਗਾ। ਮੈਨੂੰ ਐਂ ਦੱਸੋ, ਸਾਡੀਆਂ ਮਜਬੂਰੀਆਂ ਇਸ ਸਦੀ 'ਚ ਜਾਂ ਇਸ ਮਾਡਰਨ ਪੀਰੀਅਡ 'ਚ ਹੀ ਕਿਉਂ ਵਧੀਆਂ? ਉਦੋਂ ਪਹਿਲਾਂ ਮਜਬੂਰੀਆਂ ਕਿਉਂ ਨਹੀਂ ਸੀਗੀਆਂ? ਜਦੋਂ ਛੋਟੇ ਜਾਂ ਵੱਡੇ ਘੱਲੂ ਘਰੇ 'ਚ, ਮੈਨੂੰ ਐਂ ਆ ਹਿਸਟਰੀ ਦਾ, ਮੈਂ ਕੋਈ ਲੌਜਿਕ 'ਚ ਨਹੀਂ ਜਾ ਰਿਹਾ, ਨਾ ਮੈਂ ਲੌਜਿਕ ਨਾਲ ਗੱਲ ਨੂੰ ਜਿਹੜਾ ਹੈਗਾ ਧਰਮ ਦੇ ਮਾਮਲੇ 'ਚ ਬਹੁਤਾ ਵਧੀਆ ਸਮਝਦਾ। ਮੈਂ ਰੈਵੋਲਿਊਸ਼ਨ ਬੇਸਡ ਗੱਲਾਂ ਜਿਹੜੀਆਂ ਹੈਗੀਆਂ, ਰਿਵੀਲਡ ਟਰੂਥ ਆ, ਉਹਨਾਂ ਦੇ ਬੇਸ 'ਤੇ ਹੀ ਚੱਲਦਾ। ਪਰ ਮੈਨੂੰ ਐਂ ਦੱਸੋ ਤਾਂ ਸਹੀ ਵੀ ਛੋਟੇ ਘੱਲੂ ਘਰੇ 'ਚ, ਵੱਡੇ ਘੱਲੂ ਘਰੇ 'ਚ ਜਦੋਂ ਅਸੀਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਆ, ਇੱਕ ਇਵੈਂਟ ਦੱਸੋ, ਇੱਕ ਹਿਸਟਰੀ ਦਾ ਰਿਕਾਰਡ ਦਿਓ ਵੀ ਜਿੱਥੇ ਕਿਤੇ ਨੇ ਇਹ ਮੰਗ ਕੀਤੀ ਹੋਵੇ ਵੀ ਸਾਨੂੰ ਪੀੜ੍ਹੀ ਚਾਹੀਦੀ ਹੈ ਗੁਰੂ ਸਾਹਿਬ ਦੀ ਤਾਬਿਆ, ਸਾਨੂੰ ਜਿਹੜਾ ਹੈਗਾ ਕੋਈ ਸਹਾਰਾ ਚਾਹੀਦਾ ਹੈਗਾ ਗੁਰੂ ਸਾਹਿਬ ਦੀ ਤਾਬਿਆ। ਇਹ ਮਾਡਰਨ ਪੀਰੀਅਡ 'ਚ ਇਹ ਕਿਉਂ ਹੁੰਦਾ ਹੈਗਾ? ਭਾਈ ਵੀਰ ਸਿੰਘ ਇੱਕ ਨਾਵਲ ਲਿਖਦੇ ਆ, ਸੁੰਦਰੀ, ਜਿਹੜੀ ਉਹਨਾਂ ਦਾ ਮੇਨ ਨਾਇਕ ਆ ਸੁੰਦਰੀ ਆ। ਸੁੰਦਰੀ ਬੁਰੀ ਤਰ੍ਹਾਂ ਜ਼ਖਮੀ ਹੁੰਦੀ ਆ, ਉਹਦਾ ਭਰਾ ਉਹਨੂੰ ਬਹੁਤ ਸਪੋਰਟ ਵੀ ਕਰਦਾ, ਪਰ ਗੁਰੂ ਸਾਹਿਬ ਦੀ ਤਾਬਿਆ ਜੇ ਉਹਨੂੰ ਕਦੇ ਵੀ ਕਿਸੇ ਨੇ ਸਹਾਰਾ ਦਿੱਤਾ ਹੋਵੇ, ਭਾਈ ਵੀਰ ਸਿੰਘ ਐਡੇ ਵੱਡੇ ਸਕਾਲਰ ਆ, ਤਾਂ ਮੈਨੂੰ ਦੱਸੋ ਹਿਸਟਰੀ ਦੀ ਇੱਕ ਇਵੈਂਟ ਦੱਸੋ। ਇਹ ਸਾਡੀ ਕਮਜ਼ੋਰੀ ਦੀ, ਲਾਚਾਰੀ ਦੀ ਨਿਸ਼ਾਨੀ ਹੈਗੀ ਆ। ਜਿਹੜਾ ਇੱਕ ਬਿਮਾਰ ਬੰਦਾ ਹੈ, ਇੱਕ ਡਿਸੇਬਲਡ ਬੰਦਾ ਹੈ, ਉਹ ਘਰ ਹੇਠਾਂ ਨਹੀਂ ਬਹਿੰਦਾ, ਜਾਂ ਉਹ ਜਿਹੜਾ ਕੰਮ ਕਰਨਾ, ਇਸ਼ਨਾਨ ਕਰਨਾ ਕਿਤੇ ਨੇ, ਮੰਨ ਲਓ ਗੁਰਸਿੱਖ ਨੇ ਕੇਸੀ ਇਸ਼ਨਾਨ ਕਰਨਾ, ਠੀਕ ਆ, ਉਹ ਕੁਰਸੀ ਤੇ ਵੀ ਬਹਿ ਸਕਦਾ, ਪਰ ਉਦੋਂ ਕੀ ਉਹ ਹੇਠਾਂ ਨਹੀਂ ਬਹਿੰਦਾ, ਜਾਂ ਜ਼ਮੀਨ ਤੇ ਨਹੀਂ ਬਹਿੰਦਾ, ਜਾਂ ਨਿਮਦਾ ਨਹੀਂ ਆ। ਜਿਹਨੂੰ ਬੈਕ ਦੀ ਪ੍ਰੋਬਲਮ, ਉਹ ਨਹੀਂ ਨਿਮਦਾ। ਇਹ ਸਿਰਫ ਹੀਲ ਹੁੱਜਤਾਂ ਹੈ, ਹੋਰ ਕੁਛ ਨਹੀਂਗਾ। ਇੱਕ ਵਾਰੀ ਸਾਡੇ ਸਤਿਕਾਰਤ ਬਹੁਤ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪੁੱਛਿਆ ਗਿਆ ਸੀਗਾ ਕਿਸੇ ਫਿਜ਼ੀਕਲ ਐਜੂਕੇਸ਼ਨ ਦੇ ਬੰਦੇ ਦੁਆਰਾ ਕਿ ਅਸੀਂ ਜੀ ਆਹ ਕੰਮ ਕਰ ਸਕਦੇ ਹਾਂ, ਆਹ ਨਹੀਂ ਕਰ ਸਕਦੇ, ਜਾਂ ਜੇ ਉਹ ਮਤਲਬ ਵੀ ਸ੍ਰੀ ਸਾਹਿਬ ਦੌੜਨ ਵੇਲੇ ਐਂ ਕਰ ਸਕਦੇ, ਜਾਂ ਉਹ ਕਹਿੰਦੇ ਸੀਗੇ ਭਾਈ ਜੇ ਤੁਹਾਡੇ 'ਚ ਜਾਨ ਆ ਨਾ, ਜੇ ਤੁਹਾਡੇ 'ਚ ਜ਼ੋਰ ਆ,
ਤਾਂ ਤੁਸੀਂ ਜਿਹੜਾ ਹੈਗਾ ਇਹ ਚੀਜ਼ਾਂ ਕੋਈ ਰਾਹ 'ਚ ਢੋਚਰ ਨਹੀਂ ਡਾਉਂਦੀਆਂ, ਇਹ ਹੀਲ ਹੋ ਜਿੱਤਾਂ। ਤੇ ਜੇ ਤੁਸੀਂ ਕਹਿੰਦੇ ਵੀ ਮਰਿਆਦਾ ਨੂੰ ਮੰਨਦੇ ਆ, ਸਿੱਖ ਇਹੋ ਜਿਹੇ ਸਵਾਲ ਨਹੀਂ ਕਰਦਾ। ਇਹ ਮਾਡਰਨ ਏਜ ਦੇ ਜਿਹੜੇ ਹੈਗੇ ਕੁਐਸਚਨ ਦੀ ਆ ਕਿ ਇਹਦੇ ਜਾ ਕੇ ਅਸੀਂ ਮਤਲਬ ਵੀ ਕੁਰਸੀਆਂ ਤੇ ਬਹਿ ਕੇ ਲੰਗਰ ਛਕਣਾ ਹੈ ਜਾਂ ਕੋਈ ਹੋਰ ਉਹੋ ਜਿਹੀਆਂ ਜਿਹੜੀਆਂ ਮਾਡਰਨ ਮਤਲਬ ਜਿਹੜੀਆਂ ਵੈਲਿਊਜ਼ ਆ ਉਹਨਾਂ ਦੇ ਮੁਤਾਬਕ ਬਹਾਨੇ ਘੜ ਰਹੇ ਆ। ਅਦਰਵਾਈਜ਼ ਜੇ ਸਿੱਖ ਆਪਦੀ ਮਰਿਆਦਾ 'ਚ ਪੱਕੇ ਹੋਣਗੇ, ਨਾ ਉਹਨਾਂ ਨੂੰ ਕੋਈ ਸਰੀਰ ਦਾ ਦਰਦ, ਨਾ ਕਿਸੇ ਹੋਰ ਕਿਸਮ ਦਾ, ਨਾ ਫਿਜ਼ੀਕਲ ਡਿਸਐਬਿਲਿਟੀ, ਕੋਈ ਚੀਜ਼ ਉਹਨਾਂ ਦੇ ਰਾਹ 'ਚ ਬਾਧਾ ਨਹੀਂ ਬਣਦੀ। ਗੁਰੂ ਦੇ ਪ੍ਰੇਮ ਤੇ ਸਮਰਪਣ ਦੇ ਸਾਹਮਣੇ ਕੋਈ ਚੀਜ਼ ਬਾਧਾ ਨਹੀਂ ਬਣਦੀਗੀ, ਸਭ ਬਹਾਨੇਬਾਜ਼ੀ ਹੈ। ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹੈਗੇ ਆ, ਤੇ ਪਰ ਜਿਹੜਾ ਹੈਗਾ ਗੁਰੂ, ਮੈਂ ਨਹੀਂ ਕਹਿੰਦਾ ਉਹ ਗੁਰੂ ਦੀ ਬਰਾਬਰੀ ਕਰਦੇ ਆ, ਪਰ ਇੱਕ ਮੈਸੇਜ ਗਲਤ ਜਾਂਦਾ ਜਿਹੜਾ ਸਿੱਖ ਹਿਸਟਰੀ 'ਚ ਕਦੇ ਨਹੀਂ ਗਿਆ। ਤੇ ਮਾਡਰਨ ਜਿਹੜੇ ਰੈਸ਼ਨਲ ਪੀਰੀਅਡ 'ਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਨਹੀਂ ਹੋਣੀਆਂ ਚਾਹੀਦੀਆਂ। ਡਾਕਟਰ ਕੇਰ ਸਿੰਘ ਜੀ, ਮੈਂ ਚਾਹੁੰਦਾ ਕਿ ਤੁਸੀਂ ਥੋੜ੍ਹਾ ਜਿਹਾ ਇਹਨੂੰ ਹੁਣ ਐਲੈਬੋਰੇਟ ਕਰੋ ਕਿ ਜਿਵੇਂ ਸਿਮਰਨਜੀਤ ਸਿੰਘ ਹੁਣੇ ਕਹਿ ਰਹੇ ਆ ਕਿ ਜੇ ਗੁਰੂ ਨਾਲ ਪ੍ਰੇਮ ਹੈ, ਚਾਹੇ ਤੁਸੀਂ ਡਿਸੇਬਲ ਹੋ ਫਿਜ਼ੀਕਲੀ, ਤੁਸੀਂ ਜਾ ਕੇ ਬੈਠ ਸਕਦੇ ਹੋ, ਤੁਸੀਂ ਦ੍ਰਿੜ ਹੋ ਜਾਓ। ਕਿ ਇਹ ਜਿਹੜਾ ਨਿਰੋਲ ਧਾਰਮਿਕ ਗੱਲ ਹੈ, ਕਿਉਂਕਿ ਇਹਦੇ 'ਚ ਇਹ ਕਹਿ ਰਿਹਾ ਕਿ ਗੱਲ ਲੌਜਿਕ ਦੀ ਹੋਣੀ ਨਹੀਂ ਚਾਹੀਦੀ ਜਦੋਂ ਅਸੀਂ ਧਰਮ ਦੀ ਗੱਲ ਕਰ ਰਹੇ ਹਾਂ, ਇਹ ਐਪਲੀਕੇਬਲ ਹੁੰਦੀ ਹੈ ਅੱਜ ਖਾਸ ਤੌਰ 'ਤੇ ਜਿਸ ਦੌਰ 'ਚ ਅਸੀਂ ਹਾਂ, ਸਾਡੇ ਉੱਤੇ ਐਪਲੀਕੇਬਲ ਹੁੰਦਾ ਹੈ ਜੀ? ਦੇਖੋ, ਜਿਸ ਤਰ੍ਹਾਂ ਦੀ ਦਲੀਲ ਮੇਰਾ ਛੋਟਾ ਵੀਰ ਦੇ ਰਿਹਾ ਹੋਇਆ, ਕਹਿੰਦਾ ਲੌਜਿਕ ਦੀ ਨਹੀਂ ਗੱਲ, ਇਹ ਬਿਲਕੁਲ ਲੌਜਿਕ ਬਿਲਡ ਕਰ ਰਿਹਾ ਮਰਿਆਦਾ ਤੇ ਆਧਾਰਿਤ। ਜਦੋਂ ਵੀ ਆਪਾਂ ਗੱਲ ਕਰਾਂਗੇ ਤੇ ਉਹਦੇ ਵਿੱਚ ਦਲੀਲ ਸ਼ਾਮਲ ਹੋ ਜਾਂਦੀ ਹੈ। ਉਹਦਾ ਆਧਾਰ ਤੁਸੀਂ ਕੀ ਸਿਰਜਦੇ ਹੋ। ਇਹਨਾਂ ਦਾ ਆਧਾਰ ਹੈ ਕਿ ਸਾਡੀ ਜਿਹੜੀ ਰਵਾਇਤ ਸੀਗੀ ਉਹਦੇ ਵਿੱਚ ਇਹ ਚੀਜ਼ ਨਹੀਂ, ਇਹਨਾਂ ਨੇ ਘੱਲੂਘਾਰੇ ਦਾ ਵੀ ਹਵਾਲਾ ਦਿੱਤਾ ਔਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਦਿੱਤਾ। ਉਹ ਬੜੇ ਸਤਿਕਾਰਯੋਗ ਸਾਡੀ ਸ਼ਖਸੀਅਤ ਹੋਈ, ਜਿਨ੍ਹਾਂ ਦੀ ਕੁਰਬਾਨੀ ਨੂੰ ਸਾਰਾ ਸਿੱਖ ਪੰਥ ਪ੍ਰਮਾਣ ਕਰਦਾ, ਨਮੋ ਕਰਦਾ ਜੀ। ਗੱਲ ਲਾ ਪਾ ਕੇ ਜਦੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਦਾ ਨਿਸਤਾਰਾ ਕਿਵੇਂ ਕੀਤਾ ਜਾਏ, ਉਹਦੇ ਬਾਰੇ ਅੰਤਮ ਫੈਸਲਾ ਕੌਣ ਕਰੇ। ਦਲੀਲਾਂ ਦਿੱਤੀਆਂ ਜਾ ਸਕਦੀਆਂ। ਆਫਟਰ ਆਲ ਇੱਕ ਸਾਡੀ ਟ੍ਰੈਡੀਸ਼ਨ 'ਚ ਇਹ ਗੱਲ ਵੀ ਤਾਂ ਪਈ ਹੋਈ ਹੈ ਵੀ ਸ਼੍ਰੀ ਅਕਾਲ ਤਖਤ ਸਾਹਿਬ ਅੰਤਮ ਫੈਸਲਾ ਸਾਨੂੰ ਉਹ ਦਿੰਦਾ। ਬਿਲਕੁਲ, ਉਹਦੇ ਬਾਰੇ ਦੋ ਰਾਵਾਂ ਹੋ ਸਕਦੀਆਂ, ਕੁਝ ਸਹਿਮਤ ਹੋਣਗੇ, ਕੁਝ ਉਹਦੇ ਬਾਰੇ ਗੈਰ ਸਹਿਮਤ ਹੋਣਗੇ। ਉਹਦੇ ਬਾਰੇ ਮੁੜ ਵਿਚਾਰ ਕੀਤੀ ਜਾ ਸਕਦੀ ਹੈ। ਜਦੋਂ ਆਪਾਂ ਇਸ ਤਰ੍ਹਾਂ ਦੇ ਜਿਹਨੂੰ ਕਹਿੰਦੇ ਨਾ ਵੀ ਕਿੱਲਾ ਗੱਡ ਦਿੱਤਾ ਵੀ ਆਹੀ ਗੱਲ ਹੈ ਤੇ ਇਹ ਹੋਰ ਕੋਈ ਦੂਸਰਾ ਓਪੀਨੀਅਨ ਹੋ ਹੀ ਨਹੀਂ ਸਕਦਾ, ਦੂਸਰੀ ਗੱਲ ਹੋ ਹੀ ਨਹੀਂ ਸਕਦੀ, ਉਹਦੇ ਵਿੱਚ ਲੱਗਦਾ ਇਹ ਹੈ ਕਿ ਅਸੀਂ ਜਿਸ ਕਿਸਮ ਦੀ ਤਵੱਕੋ ਕਰਦੇ ਹਾਂ, ਜਿਸ ਤਰ੍ਹਾਂ ਦੀ ਮੇਰਾ ਛੋਟਾ ਵੀਰ ਅਜ਼ੀਜ਼ ਕਹਿ ਰਿਹਾ ਹੋਇਆ ਹੈ, ਉਹ ਉਸ ਤਰ੍ਹਾਂ ਦੀ ਪਰਪੱਕਤਾ ਜੇ ਅਸੀਂ 100% ਸਿੱਖ ਸੰਗਤਾਂ ਦੇ ਵਿੱਚ ਆ ਜਾਏ, ਚਲੋ ਗੁਰੂ ਮਿਹਰ ਕਰੇ ਆ ਜਾਏ, ਚੰਗੀ ਗੱਲ ਹੈ। ਪਰ ਇਸ ਤਰ੍ਹਾਂ ਦੀ ਪਰਪੱਕਤਾ ਜਿਹੜੀ ਹੈ ਨਾ ਹੁੰਦੀ ਨਹੀਂ। ਇਹ ਨਹੀਂ ਕਿ ਕੋਈ ਉਹ ਮਨੋਂ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਚਾਹੁੰਦਾ ਹੈ ਜਾਂ ਕੋਈ ਡਿਸਰਿਸਪੈਕਟ ਸ਼ੋ ਕਰਨਾ ਚਾਹੁੰਦਾ ਹੈ। ਉਹ ਆਪਣੀ ਮਜਬੂਰੀ ਦੇ ਵਿੱਚੋਂ ਉਹ ਇਹੋ ਜਿਹੀ ਗੱਲ ਕਰ ਰਿਹਾ ਹੋਇਆ, ਪੂਰਨ ਸਤਿਕਾਰ ਰੱਖਦਾ ਹੋਇਆ। ਸੋ ਜੇ ਇਹਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ, ਇਹ ਜੋ ਮੇਰੀ ਜਾਣਕਾਰੀ 'ਚ ਹੈਗਾ, ਜਾਂ ਮੇਰੇ ਛੋਟੇ ਵੀਰ ਇਹ ਕਹਿਣ ਵੀ ਇਹ ਨਹੀਂ ਫੈਸਲਾ ਨਹੀਂ ਹੈ, ਤੇ ਜਾਂ ਵੀ ਅਸੀਂ ਉਹ ਪ੍ਰਵਾਨ ਨਹੀਂ ਕਰਦੇ, ਅਸੀਂ ਤਾਂ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿ ਗਏ ਜਾਂ ਅੱਜ ਅੰਮ੍ਰਿਤਪਾਲ ਸਿੰਘ ਹੁਣੀ ਕਹਿ ਰਹੇ ਹੈ, ਅਸੀਂ ਤਾਂ ਉਹੀ ਪ੍ਰਵਾਨ ਕਰਨਾ। ਫਿਰ ਇਹਦੇ ਵਿੱਚ ਪ੍ਰੋਬਲਮ ਸਿੱਖ ਸਮਾਜ ਦੇ ਵਿੱਚ ਆਉਣਗੀਆਂ। ਮੈਂ ਇਹਨੂੰ ਪਰਸਨਲੀ ਸਮਝਦਾ ਕਿ ਇਸ ਤਰ੍ਹਾਂ ਦੀਆਂ ਵੰਡੀਆਂ ਨਹੀਂ ਆਉਣੀਆਂ ਚਾਹੀਦੀਆਂ। ਆਪਸੀ ਵਿਚਾਰ ਵਟਾਂਦਰੇ ਨਾਲ ਕੋਈ ਹੱਲ ਇਹਦਾ ਲੱਭ ਲੈਣਾ ਚਾਹੀਦਾ ਹੈ। ਜਿੰਨਾ ਚਿਰ ਨਹੀਂ ਲੱਭਿਆ ਜਾ ਸਕਦਾ, ਉਹਨਾਂ ਚਿਰ ਜੋ ਰਵਾਇਤ ਚੱਲ ਰਹੀ ਹੋਈ ਹੈ ਉਹਨੂੰ ਪ੍ਰਵਾਨ ਕਰਨਾ ਚਾਹੀਦਾ। ਤੁਸੀਂ ਇਸ ਤਰੀਕੇ ਦੇ, ਡਾਕਟਰ ਕੇਰ ਸਿੰਘ ਜੀ, ਇਸ ਤਰੀਕੇ ਦੇ ਖਿਲਾਫ ਹੋ, ਜਿਵੇਂ ਜਿਹੜੀ ਇੱਕ ਤਸਵੀਰ ਆਈ ਕਿ ਗੁਰੂ ਘਰ ਚੋਂ ਬੈਂਚ ਤੇ ਕੁਰਸੀਆਂ ਬਾਹਰ ਕੱਢੀਆਂ, ਫਿਰ ਉਹਨਾਂ ਨੂੰ ਅੱਗ ਤੱਕ ਲਾ ਦਿੱਤੀ ਗਈ, ਇਹ ਕਿਹਾ ਗਿਆ ਕਿ, ਔਰ ਮੈਨੂੰ ਤੁਹਾਨੂੰ ਇਹ ਲੱਗਦਾ ਕਿ ਪਹਿਲਾਂ ਵਿਚਾਰ ਹੋਣਾ ਚਾਹੀਦਾ? ਮੈਨੂੰ ਇਹ ਤਰੀਕਾਕਾਰ ਠੀਕ ਨਹੀਂ ਲੱਗਦਾ ਜੀ। ਇਹ ਪੰਥਕ ਮਰਿਆਦਾ ਜਿਹੜੀ ਹੈਗੀ ਹੈ ਉਹ ਆਪਸੀ ਵਿਚਾਰ ਵਟਾਂਦਰੇ ਨਾਲ ਕਰਨ ਦੀ ਹੈ। ਜੇ ਇਸ ਤਰ੍ਹਾਂ ਅਸੀਂ ਸਖਤੀ ਨਾਲ ਗੱਲਾਂ ਲਾਗੂ ਕਰਾਂਗੇ, ਸੰਭਾਵਨਾ ਇਹ ਹੈ ਕਿ ਸਿੱਖ ਸਮਾਜ ਦੇ ਵਿੱਚ ਵੰਡੀਆਂ ਹੋਰ ਪੈਣ ਦੀ ਸੰਭਾਵਨਾ ਹੈ, ਜਿਹੜੀ ਮੈਨੂੰ ਦੁਖਦਾਈ ਗੱਲ ਲੱਗਦੀ ਹੈ। ਇਹ ਨਹੀਂ ਹੋਣਾ ਚਾਹੀਦਾ। ਆਪਸੀ ਸਹਿਚਾਰੀ ਨਾਲ, ਭਾਈਬੰਦੀ ਨਾਲ ਗੱਲਬਾਤ ਕਰਕੇ, ਮਨਾ ਕੇ ਇੱਕ ਦੂਸਰੇ ਨਾਲ ਗੱਲ ਦਾ ਫੈਸਲਾ ਕਰਨਾ ਚਾਹੀਦਾ। ਇਸ ਤਰ੍ਹਾਂ ਧੌਂਸ ਨਾਲ ਫੈਸਲੇ ਲਾਗੂ ਨਹੀਂ ਕਰਨੇ ਚਾਹੀਦੇ। ਮੈਨੂੰ ਇਹ ਗੱਲ ਪੰਥਕ, ਹਾਂਜੀ, ਇਸ ਗੱਲ ਦਾ ਜਵਾਬ ਸਿਮਰਨਜੀਤ ਸਿੰਘ ਹੋਣਾ ਤੋਂ ਲੈਣਾ ਚਾਹੁੰਦਾ ਕਿ ਕੀ
ਇੱਥੇ ਡਾਇਲੌਗ ਦੀ ਸਪੇਸ ਹੈਗੀ ਹੈ ਕਿ ਤੁਸੀਂ ਪਹਿਲਾਂ ਰੈਸ਼ਨਲ ਅਪਰੋਚ ਦੀ ਇਹ ਗੱਲ ਕਰ ਰਹੇ ਸੀਗੇ ਕਿ ਅਸੀਂ ਉਸ ਦੌਰ 'ਚ ਆ ਗਏ ਹਾਂ ਇਸ ਮਾਡਰਨਾਈਜੇਸ਼ਨ ਦੇ ਐਰਾ ਦੇ ਵਿੱਚ, ਕੀ ਡਾਇਲੌਗ ਦੀ ਸਪੇਸ ਨਹੀਂ ਹੈ? ਕੀ ਪਹਿਲਾਂ ਇਹ ਗੱਲ ਰੱਖੀ ਜਾਂਦੀ, ਉਹ ਅਕਾਲ ਤਖਤ ਸਾਹਿਬ ਜਾਂਦੀ, ਪਿਛਲੇ ਜਿਹੜੇ ਕੋਈ ਹੁਕਮਨਾਮੇ ਸੀ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਨੇ ਡਾਕਟਰ ਕੇਰ ਸਿੰਘ ਸਾਹਿਬ, ਉਹਦੇ ਉੱਤੇ ਵਿਚਾਰ ਹੁੰਦਾ, ਫਿਰ ਇਹ ਤੋਂ ਮੁੜ ਵਿਚਾਰ ਹੋ ਸਕਦਾ ਸੀ? ਕਿਉਂਕਿ ਬਹੁਤ ਸਾਰੇ ਗੁਰੂ ਘਰ ਨੇ, ਮੈਨੂੰ ਕੁਝ ਦੇਰ ਪਹਿਲਾਂ ਲੁਧਿਆਣੇ ਗੁਰਦੁਆਰਾ ਜਿਹੜਾ ਦੁੱਖ ਨਿਵਾਰਨ ਸਾਹਿਬ ਤੋਂ ਫੋਨ ਆਇਆ ਔਰ ਕੁਝ ਹੋਰ ਗੁਰੂ ਘਰਾਂ ਤੋਂ ਲੋਕ ਕਾਲ ਕਰ ਰਹੇ ਸੀ ਵੀ ਅਸੀਂ ਇਹ ਚਕਵਾਉਣੀਆਂ ਨੇ ਇੱਥੇ ਕੁਰਸੀਆਂ। ਬਾਬਾ ਦੀਪ ਸਿੰਘ ਗੁਰੂ ਘਰ ਜਿਹੜਾ ਮਾਲ ਟਾਊਨ ਦੇ ਵਿੱਚ ਹੈ, ਉੱਥੇ ਆਮ ਤੌਰ 'ਤੇ ਹੀ ਸੰਗਤ ਜਿਹੜੀ ਹੈ ਪਾਠ ਕਰਦੀ ਹੈ ਤੇ ਉਹ ਕੁਰਸੀਆਂ 'ਤੇ ਬੈਠੀ ਨਜ਼ਰ ਆਉਂਦੀ ਹੁੰਦੀ ਹੈ। ਤਾਂ ਕੀ ਇਹ ਮਾਹੌਲ ਨਹੀਂ ਬਣ ਜਾਊਗਾ ਕਿ ਸ਼ਾਇਦ ਜਿਹੜੇ ਇਸ ਅਪਰੋਚ ਦੇ ਧਾਰਨੀ ਨੇ ਉਹ ਜਾ ਕੇ ਬੜੇ ਵਾਇਲੈਂਟਲੀ ਵੀ ਉਹਨਾਂ ਨੂੰ ਕਹਿ ਸਕਦੇ ਕਿ ਕੁਰਸੀਆਂ ਬਾਹਰ ਕੱਢੋ? ਦੇਖੋ, ਜਦੋਂ ਜਿਹੜੀ ਹੈਗੀ ਆ ਨਾ, ਇਹ ਜਿਹਨੂੰ ਤੁਸੀਂ ਵਾਇਲੈਂਟਲੀ ਕਹਿੰਦੇ ਹੈਗੇ ਆ, ਉਹ ਨੌਬਤ ਆਉਂਦੀ ਕਦੋਂ? ਉਹ ਨੌਬਤ ਉਦੋਂ ਆਉਂਦੀ ਆ ਜਦੋਂ ਬਹੁਤ ਜ਼ਿਆਦਾ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ। ਇੱਕ ਗੁਰਦੁਆਰੇ 'ਚ 40-40 45-45 ਕੁਰਸੀਆਂ, ਜਿੱਥੇ ਘਟਨਾ ਹੋਈ ਹੈਗੀ, ਜਿੱਥੇ ਕੁਰਸੀਆਂ ਭੰਨੀਆਂ ਗਈਆਂ ਜਾਂ ਸਾੜੀਆਂ ਗਈਆਂ, ਉਹਨਾਂ ਦੇ ਨੇੜੇ ਤੇੜੇ ਜਾਂ ਉੱਥੇ ਇੱਕ ਗੁਰਦੁਆਰੇ 'ਚ 40-40 ਜਿਹੜੀਆਂ ਕੁਰਸੀਆਂ ਡਾਈਆਂ ਹੋਈਆਂ। ਹੁਣ ਉੱਥੇ 40-40 ਡਿਸੇਬਲਡ ਆ। ਇੱਕ ਡਿਸੇਬਲ ਦੇ ਬਹਾਨੇ ਦੇ ਨਾਲ ਜਿਹੜੇ ਹੈਗੇ ਆ ਇੰਨੀਆਂ ਕੁਰਸੀਆਂ ਡਾਈਆਂ ਜਾਂਦੀਆਂ, ਉਹ ਗਲਤ ਆ। ਮੈਂ ਬੜੇ ਇਹ ਵੀ ਨਹੀਂ ਮੈਂ ਕਹਿੰਦਾ ਵੀ ਸ਼ਰਧਾ ਵਾਲੇ ਸਿੱਖ ਆ, ਸ਼ਰਧਾ ਵਾਲਾ ਹਰ ਕੋਈ ਸ਼ਰਧਾ ਦੀ ਇੱਕ ਆਪਦੀ ਡੈਫੀਨੇਸ਼ਨ ਆ, ਪਰ ਮੈਂ ਦੇਖਿਆ ਆਮ ਸਿੱਖ ਜਿਹੜੇ ਵਿਚਾਰੇ ਆ ਭੰਗ ਆ, ਬਹੁਤ ਬੁਰੀ ਤਰ੍ਹਾਂ ਭੰਗ ਆ, ਡਿਸੇਬਲਡ ਆ, ਵੀਲ ਚੇਅਰ ਤੇ ਆਉਣ ਵਾਲੇ ਵੀ ਦਰਬਾਰ ਸਾਹਿਬ 'ਚ ਵੀ ਅਸੀਂ ਦੇਖਦੇ ਹੈਗੇ ਆ, ਹੋਰ ਗੁਰੂ ਘਰਾਂ 'ਚ ਵੀ ਦੇਖਦੇ ਆ, ਸਾਡੇ ਇੱਥੇ ਲੋਕਲ ਗੁਰੂ ਘਰਾਂ 'ਚ ਦੇਖਦੇ ਆ, ਵੀਲ ਚੇਅਰ ਤੇ ਆਉਣ ਵਾਲੇ ਇੰਨੇ ਬੁਰੀ ਤਰ੍ਹਾਂ ਡਿਸੇਬਲਡ ਆ ਜਿਹੜੇ, ਉਹ ਤਾਂ ਗੁਰੂ ਸਾਹਿਬ ਦੀ ਤਾਬਿਆ ਹੇਠਾਂ ਬਹਿੰਦੇ ਆ। ਜਿਨ੍ਹਾਂ ਨੂੰ ਕੋਈ ਮਾੜੀ ਮੋਟੀ ਪ੍ਰੋਬਲਮ ਹੈਗੀ ਆ, ਉਹ ਮਤਲਬ ਕੁਰਸੀਆਂ ਤੇ ਬਹਿ ਰਹੇ। ਕਈ ਮੈਂ ਮਤਲਬ ਪਰਸਨਲੀ ਦੇਖਦਾ ਵੀ ਕੋਈ ਖਾਸ ਪ੍ਰੋਬਲਮ ਵੀ ਨਹੀਂ ਗੀ, ਇੱਕੋ ਪਤਾ ਨਹੀਂ ਕਿਸ ਕਿਸਮ ਦਾ ਕੋਈ ਉਹਨਾਂ ਦੀ ਮਾਨਸਿਕਤਾ ਹੈਗੀ ਆ ਵੀ ਉਹ ਉੱਪਰ ਨਹੀਂ। ਸਿਮਰਨਜੀਤ ਸਿੰਘ ਜੀ, ਸਵਾਲ ਸੀਗਾ ਕਿ ਕੀ ਡਾਇਲੌਗ ਦੀ ਸਪੇਸ ਅੱਜ ਕੌਮ ਦੇ ਵਿੱਚ, ਗੱਲਬਾਤ ਦੀ ਸਪੇਸ ਹੈਗੀ ਹੈ ਕਿ ਨਹੀਂ? ਕੀ ਇਸ ਤਰੀਕੇ ਦੇ ਨਾਲ ਜਿਵੇਂ ਡਾਕਟਰ ਕੇਰ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਛੱਡ ਦੇਣਾ ਚਾਹੀਦਾ ਸੀ, ਇਹ ਗੱਲ ਰੱਖੀ ਜਾਣੀ ਚਾਹੀਦੀ ਸੀ, ਅਕਾਲ ਤਖਤ ਸਾਹਿਬ ਡਿਸਾਈਡ ਕਰਨ ਕਿ ਕੁਰਸੀਆਂ ਰੱਖਣੀਆਂ ਚਾਹੀਦੀਆਂ ਕਿ ਨਹੀਂ ਰੱਖਣੀਆਂ ਚਾਹੀਦੀਆਂ? ਜਿਹੜੀ ਘਟਨਾ ਵਾਪਰੀ ਉਹ ਕਹਿੰਦੇ ਕਿ ਮੈਂ ਉਸ ਹਵਾਲੇ ਤੋਂ ਗੱਲ ਕਰ ਰਿਹਾ। ਤਾਂ ਮੇਰਾ ਸਵਾਲ ਇਹ ਸੀ ਕਿ ਕੀ ਤੁਸੀਂ ਸਮਝਦੇ ਹੋ ਕਿ ਕੀ ਅੱਜ ਜਿਹੜੇ ਦੋ ਮਤ ਕੌਮ ਦੇ ਵਿੱਚ ਨੇ, ਦੋਨਾਂ ਦੇ ਵਿੱਚ ਬੈਠ ਕੇ ਵਿਚਾਰ ਦੀ ਸਪੇਸ ਹੈ ਜਾਂ ਨਹੀਂ ਹੈ? ਬਿਲਕੁਲ ਡਾਇਲੌਗ ਹੋਣਾ ਚਾਹੀਦਾ, ਤੇ ਡਾਇਲੌਗ ਦਾ ਜਿਹੜਾ ਮੂਲ ਆ ਤੁਹਾਡਾ ਟ੍ਰੈਡੀਸ਼ਨ ਹੋਣਾ ਚਾਹੀਦਾ, ਤੁਹਾਡੀ ਹਿਸਟਰੀ ਹੋਣੀ ਚਾਹੀਦੀ ਆ, ਤੁਹਾਡੇ ਜਨਮਦਾਤਿਆਂ ਨੇ ਤੁਹਾਨੂੰ ਕੀ ਜੀਵਨ ਜਾਂਚ ਦਿੱਤੀ ਆ ਉਹ ਹੋਣੀ ਚਾਹੀਦੀ ਆ। ਉਹਦੇ ਜਿਹੜੇ ਵੱਡੇ ਸਿਨੈਰੀਓ 'ਚ ਉਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ। ਪਰ ਉਸ ਦਾ ਵਿਚਾਰ ਤਾਂ ਅਕਾਲ ਤਖਤ ਸਾਹਿਬ ਕਰੇ, ਉਵੇਂ ਹੀ ਦੇਖਦਾ ਰਿਹਾ। ਉਹ ਤਾਂ ਫਿਰ ਅਕਾਲ ਤਖਤ ਸਾਹਿਬ ਦੇ ਹਵਾਲੇ ਦੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਇਹਦੇ ਤੇ ਫੈਸਲਾ ਕਰੇ। ਜੇ ਅਕਾਲ ਤਖਤ ਸਾਹਿਬ ਕਹਿ ਰਿਹਾ ਕਿ ਯੋਗ ਪ੍ਰਬੰਧ ਹੋਣੇ ਚਾਹੀਦੇ ਜੀ। ਅਕਾਲ ਤਖਤ ਸਾਹਿਬ ਸਮੂਹਿਕ ਸੰਗਤ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਉਹਦੇ ਮੁਤਾਬਕ ਆਪਦੇ ਟ੍ਰੈਡੀਸ਼ਨ, ਸਿੱਖ ਟ੍ਰੈਡੀਸ਼ਨ ਦੇ ਵਿੱਚੋਂ ਜਿਹੜੀਆਂ ਰਵਾਇਤਾਂ ਦੇ ਵਿੱਚੋਂ ਹੀ ਉਹਨਾਂ ਚੀਜ਼ਾਂ ਦਾ ਨੋਟਿਸ ਲੈਂਦਾ, ਹੁਣ ਤਾਈਂ ਇਹੀ ਲੈਂਦਾ ਰਿਹਾ, ਤੇ ਮੇਰੇ ਖਿਆਲ 'ਚ ਉੱਥੇ ਗੱਲ ਜਾਣੀ ਚਾਹੀਦੀ ਹੈਗੀ ਆ, ਤੇ ਇਹਨੂੰ ਬਹੁਤ ਬ੍ਰੌਡਰ ਵੇ 'ਚ ਲੈਣਾ ਚਾਹੀਦਾ ਹੈਗਾ। ਪਰ ਹਾਂ, ਉਸੇ ਦਾ ਹੀ ਹਵਾਲਾ ਦੇ ਰਿਹਾ ਡਾਕਟਰ ਕੇਰ ਸਿੰਘ, ਕਹਿ ਰਿਹਾ ਕਿ ਬਕਾਇਦਾ ਤੌਰ ਤੇ ਜਦੋਂ ਭਾਈ ਜੋਗਿੰਦਰ ਸਿੰਘ ਵਿਦਾਂਤੀ ਹੋਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੇ ਕਿਹਾ ਕਿ ਯੋਗ ਪ੍ਰਬੰਧ ਹੋਣੇ ਚਾਹੀਦੇ ਹੈ। ਹੁਣ ਉਹਨੂੰ ਡਿਫਾਈਨ ਕਿਵੇਂ ਕੀਤਾ ਜਾਊਗਾ ਯੋਗ ਪ੍ਰਬੰਧ ਨੂੰ? ਦੇਖੋ, ਸਾਡੀਆਂ ਜਿਹੜੀਆਂ, ਮੈਂ ਹੋਰ ਗੱਲ ਕਰ ਰਿਹਾ, ਸਾਡੀਆਂ ਜਿਹੜੀਆਂ ਪ੍ਰਬੰਧਕ ਸੰਸਥਾਵਾਂ ਆਪਦੀ ਜ਼ਿੰਮੇਵਾਰੀ ਸਮਝ ਕਿੱਥੇ ਰਹੀਆਂ? ਕੁਰਸੀਆਂ ਤੇ ਲੰਗਰ ਚੱਲਦੇ ਰਹੇ ਇੱਥੇ। ਅੱਜ ਸ਼੍ਰੋਮਣੀ ਕਮੇਟੀ ਦੇ ਅੱਜ ਇੱਕ ਮਤਲਬ ਉਹਨਾਂ ਦੇ ਸਪੋਕਸਮੈਨ ਦੀ ਸ਼੍ਰੋਮਣੀ ਕਮੇਟੀ ਦੇ ਦੀ ਇਹ ਸਟੇਟਮੈਂਟ ਆਈ ਆ ਕਿ ਸਾਡੇ ਕਿਸੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ 'ਚ ਇਹ ਗੱਲਾਂ ਨਹੀਂ ਹੋ ਰਹੀਆਂ, ਤਾਬਿਆ ਕੁਰਸੀਆਂ ਨਹੀਂ ਗਈਆਂ ਜਾਂ ਤਾਬਿਆ ਪੀੜੀਆਂ ਨਹੀਂ ਗਈਆਂ, ਪਰ ਇਹ ਅਸੀਂ ਆਮ ਦੇਖਦੇ ਹਾਂ ਵੀ ਗੁਰੂ ਘਰਾਂ 'ਚ ਹੈਗੀਆਂ। ਗੁਰੂ ਘਰ ਦਾ, ਗੁਰੂ ਸਾਹਿਬ ਦਾ 10ਵੇਂ ਪਾਤਸ਼ਾਹ ਦਾ 13ਵਾਂ ਜਿਹੜਾ ਬਚਨ ਆ, 52 ਬਚਨਾਂ ਦੇ ਵਿੱਚੋਂ 13ਵਾਂ ਬਚਨ ਇਹ ਆ ਕਿ ਦੇਗ ਜਿਹੜੀ ਹੈਗੀ ਆ ਉਹ ਗੁਰੂ ਦੀ ਤਾਬਿਆ ਬੈਠੀ ਸੰਗਤ ਨੂੰ ਵਰਤਾਈ ਜਾਏਗੀ। ਤੇ ਸਾਡੇ ਤਾਂ ਸਟਾਲਾਂ ਲੱਗ ਗਈਆਂ ਹੈਗੀਆਂ ਦੇਗਾਂ ਦੀਆਂ ਵੀ, ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ 'ਚ ਲੱਗ ਗਈਆਂ। ਜਿਹੜੇ ਸਾਡੀਆਂ ਪ੍ਰਬੰਧਕ ਸੰਸਥਾਵਾਂ ਹੈਗੀਆਂ ਉਹ ਤਾਂ ਆਹ ਸਾਡੀ ਮਰਿਆਦਾ ਦੀ ਖਿਆਲ ਕਰ ਰਹੀਆਂ ਹੈਗੀਆਂ। ਫਿਰ ਇਸ ਤਰੀਕੇ ਨਾਲ ਤਾਂ ਲੰਗਰ ਵੀ, ਜੇ ਤੁਸੀਂ ਟ੍ਰੈਡੀਸ਼ਨਲ ਵੇ 'ਚ ਜਾਂਦੇ ਹੋ ਤੇ ਲੰਗਰ ਦਾ ਅੱਜ ਪੀਜ਼ਿਆਂ ਦੇ ਔਰ 버ਗਰਾਂ ਦੇ ਤੇ ਕੋਲਡ ਡਰਿੰਕਾਂ ਦੇ ਲੰਗਰ ਲੱਗਦੇ ਆ, ਫਿਰ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਉਸ ਐਸਪੈਕਟ ਨਾਲ ਦੇਖਣਾ ਪਊਗਾ। ਜਿਹੜੀ ਸਮੱਗਰੀ ਆ, ਮੇਰੀ ਗੱਲ ਸੁਣੋ ਜੀ, ਜਿਹੜਾ ਪਦਾਰਥ ਆ, ਜਿਹੜੀ ਸਮੱਗਰੀ ਆ ਉਹ ਕੋਈ ਵੀ ਹੋ ਸਕਦੀ ਆ। ਜਿੱਥੇ ਪੀਜ਼ੇ ਖਾਣ ਦਾ ਟ੍ਰੈਡੀਸ਼ਨ ਆ ਉੱਥੇ ਪੀਜ਼ਾ ਵੀ ਲੰਗਰ ਦਾ ਪਦਾਰਥ ਜਿਹੜਾ ਹੈਗਾ ਬਣ ਸਕਦਾ ਹੈਗਾ। ਉਹਨੂੰ ਕਿਵੇਂ ਵਰਤਾਇਆ ਜਾਂਦਾ ਹੈਗਾ, ਉਹਨੂੰ ਪੰਗਤ 'ਚ ਵਰਤਾਇਆ ਜਾਂਦਾ, ਤਾਬਿਆ ਜਿਹੜਾ ਹੈਗਾ ਉਹਨਾਂ ਨੂੰ ਪੰਗਤ 'ਚ ਹੇਠਾਂ ਬੈਠ ਕੇ ਵਰਤਾਇਆ ਜਾਂਦਾ ਜਾਂ ਕਿਵੇਂ ਖਵਾਇਆ ਜਾਂਦਾ ਹੈਗਾ, ਇਹ ਦੇਖਣਾ ਹੈਗਾ। ਕੋਈ ਵੀ ਮਾਡਰਨਾਈਜੇਸ਼ਨ ਦੀ ਏਜ 'ਚ ਜਿਹੜਾ ਕੋਈ ਵੀ ਪਦਾਰਥ ਹੈਗਾ ਉਹਨੂੰ ਕਿਸੇ ਵੀ ਕਿਸਮ ਦਾ ਖਾਣਾ ਉਹਨੂੰ ਵਰਤਾਇਆ ਕਿਵੇਂ ਜਾਂਦਾ,
ਅੱਜ ਜ਼ਿਆਦਾਤਰ ਭੋਗ ਜੇ ਮੈਂ ਗਲਤ ਨਹੀਂ ਆ, ਜ਼ਿਆਦਾਤਰ ਭੋਗ ਜਿਹੜੇ ਨੇ ਖਾਸ ਤੌਰ ਤੇ ਜਿਹੜੇ ਮਰਗ ਤੋਂ ਬਾਅਦ ਭੋਗ ਪੈਂਦੇ ਉਹਦੇ ਵਿੱਚ ਲੰਗਰ ਤਾਂ ਸਟੈਂਡਿੰਗ ਹੁੰਦਾ ਹੈ, ਜਿਵੇਂ ਆਮ ਵਿਆਹਾਂ ਤੇ ਲੰਗਰ ਹੁੰਦੇ ਆ, ਲੋਕ ਖੜ ਕੇ ਲੰਗਰ ਛਕ ਰਹੇ ਹੁੰਦੇ ਆ। ਬਿਲਕੁਲ ਇਹ ਜਿਹੜੀਆਂ ਹੈਗੀਆਂ ਇਹ ਸਾਡੇ ਜੂਨਤਾਵਾਂ ਆਈਆਂ। ਲੰਗਰ ਦੀ ਜਿਹੜੀ ਜੇ ਪੰਥਕ ਮਰਿਆਦਾ ਹੈਗਾ ਉਹਦੇ ਮੁਤਾਬਕ ਹੀ ਸਾਨੂੰ ਲੰਗਰ ਜਿਹੜਾ ਛਕਣਾ ਚਾਹੀਦਾ, ਵਰਤਾਉਣਾ ਚਾਹੀਦਾ। ਉਹ ਜਿਹੜਾ ਅੱਡ ਕੋਈ ਬੰਦੇ ਕਰੀ ਜਾਂਦੇ ਹੈਗੇ ਉਹ ਪੰਥਕ। ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਸਮੇਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਜਾਇਜ਼ ਨਹੀਂ ਹੈ? ਸਮੇਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ 'ਚ ਤਬਦੀਲੀ ਹੋਈ ਹੈ। ਪੰਥਕ ਰਵਾਇਤਾਂ ਜਿਹੜੀਆਂ ਸੀਗੀਆਂ ਉਹਨਾਂ ਤੋਂ ਹਟ ਕੇ ਬਹੁਤ ਕੁਝ ਹੋ ਰਿਹਾ ਅੱਜ। ਖਾਸ ਤੌਰ ਤੇ ਸੰਪਰਦਾਵਾਂ ਦਾ ਜੇ ਮੈਂ ਜ਼ਿਕਰ ਕਰਾਂ, ਬਹੁਤ ਸੰਪਰਦਾਵਾਂ ਦੇ ਮੁਖੀਆਂ ਦੀਆਂ ਤਸਵੀਰਾਂ ਨੇ ਜਿਹੜੇ ਆਪ ਕੁਰਸੀਆਂ ਤੇ ਬੈਠੇ ਹੋਏ ਨੇ ਖਾਸ ਔਰ ਜਿਹੜੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਵੀ ਇੱਕ ਜਿਹੜੀ ਵੀਡੀਓ ਆਈ ਜਿੱਥੇ ਉਹ ਲੰਗਰ ਛਕਣ ਤੋਂ ਬਾਅਦ ਮੰਜੇ ਦੇ ਉੱਤੇ ਬੈਠੇ ਹੀ ਹੱਥ ਧੋਂਦੇ ਹੋਏ ਨਜ਼ਰ ਆ ਰਹੇ ਹੈ। ਤਾਂ ਕੀ ਇਹ ਵੀ ਟ੍ਰੈਡੀਸ਼ਨ ਦਾ ਹਿੱਸਾ ਹੈ? ਕੀ ਉਹ ਜਿਹੜਾ ਲੰਗਰ ਆ ਉਹ ਗੁਰੂ ਘਰ 'ਚ ਛਕਿਆ ਜਾ ਰਿਹਾ ਹੈ? ਉਹ ਪੰਗਤ ਉੱਥੇ ਖੜੀ ਵੀ ਹੈ ਜਿੱਥੇ ਉਹ ਬੈਠ ਕੇ ਲੰਗਰ ਛਕ ਰਹੇ ਹੈਗੇ ਆ, ਜਾਂ ਮਤਲਬ ਉਹ ਕਿਸੇ ਪਰਸਨਲ ਥਾਂ ਤੇ ਛਕ ਰਹੇ ਹੈਗੇ ਆ, ਜਾਂ ਕਿਵੇਂ ਆ, ਜਾਂ ਆਪਦੇ ਘਰ 'ਚ ਆ, ਜਾਂ ਕਿਹੜੀ ਥਾਂ ਤੇ ਆ? ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਚਾਹੀਦਾ। ਮੇਨ ਭਾਵੇਂ ਕੋਈ ਵੀ ਆ, ਇੱਕ ਤਾਂ ਹੈਗਾ ਠੀਕ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਗਲੋਬਲੀ ਦੇਖਣਾ ਹੈਗਾ, ਕੰਪੈਰੇਟਿਵਲੀ ਦੇਖਣਾ ਹੈ, ਪਰ ਜਿਹੜਾ ਉਹਦੇ 'ਚ ਕੀ ਅਸੀਂ ਮਤਲਬ ਆਪਦੀਆਂ ਮਰਿਆਦਾਵਾਂ ਜਾਂ ਆਪਦਾ ਟ੍ਰੈਡੀਸ਼ਨ ਭੁੱਲ ਜਾਵਾਂਗੇ? ਤਾਂ ਇਹ ਐਂ ਤਾਂ ਬਹੁਤ ਇਸ਼ੂਜ਼ ਰੇਜ਼ ਕੀਤੇ ਜਾ ਸਕਦੇ ਹੈਗੇ ਆ। ਕੰਪੈਰੇਟਿਵਲੀ ਦੇਖਣਾ ਚਾਹੀਦਾ, ਪਰ ਮਰਿਆਦਾ ਨਾਲ ਸਮਝੌਤਾ ਨਹੀਂ ਹੋ ਸਕਦਾ ਭਾਵੇਂ ਕੋਈ ਵੀ ਪਰਸਨ ਆ। ਮੈਂ ਦੇਖਦਾ ਗੁਰਦੁਆਰਿਆਂ 'ਚ ਅਸਰ ਰਸੂਖ ਵਾਲੇ ਤਾਂ ਅਲੱਗ ਭੋਜਨ ਵੀ ਬਣਾ ਕੇ, ਜਿਹੜੇ ਖਾਸ ਬੰਦੇ ਆਉਂਦੇ ਉਹਨਾਂ ਨੂੰ ਅਲੱਗ ਭੋਜਨ ਵੀ ਬਣਾ ਕੇ ਦਿੱਤਾ ਜਾਂਦਾ। ਬੜੇ ਬਾਬੇ ਜਿਹੜਾ ਹੈਗਾ ਉਹ ਆਪਦੇ ਉਹਨਾਂ ਦੇ ਭਗਤ ਉਹਨਾਂ ਨੂੰ ਅਲੱਗ ਭੋਜਨ ਛਕਾਉਂਦੇ ਆ। ਬੜੀਆਂ ਜਿਹੜੀਆਂ ਹੈਗੀਆਂ ਸਤਿਕਾਰਤ ਪ੍ਰਬੰਧਕੀ ਸੰਸਥਾਵਾਂ ਜਦੋਂ ਉਹਨਾਂ ਦੇ ਮੈਂਬਰ ਆਉਂਦੇ ਉਹ ਵੀ ਛਕਦੇ ਹੈਗੇ, ਤੇ ਪੰਗਤ 'ਚ ਨਹੀਂ ਛਕਦੇ। ਸਾਨੂੰ ਪੰਗਤ 'ਚ ਛਕਣ ਤੋਂ ਸੰਗ ਆਉਂਦੀ ਹੈਗੀ ਆ। ਐਂ ਤਾਂ ਬਹਾਨੇਬਾਜ਼ੀਆਂ ਜਿੰਨੀਆਂ ਬਣਾਉਣੀਆਂ ਬਣਾਈ ਜਾਣ, ਕੋਈ ਵੀ ਹੋਵੇ, ਮਰਿਆਦਾ ਸਾਹਿਬ ਵਾਸਤੇ। ਡਾਕਟਰ ਕੇਰ ਸਿੰਘ ਜੀ, ਮੈਂ ਚਾਹੁੰਦਾ ਕਿ ਤੁਸੀਂ ਤਫਸੀਲ ਦੇ ਵਿੱਚ ਇਹਦਾ ਡਿਸਕਸ ਕਰੋ। ਪੂਰੀ ਦੁਨੀਆ ਦੇ ਜਿੰਨੇ ਰਿਲੀਜਨ ਨੇ ਉਹਨਾਂ 'ਚ ਤਬਦੀਲੀਆਂ ਆਈਆਂ। ਈਸਾਈ ਧਰਮ ਦੇ ਵਿੱਚ ਬਹੁਤ ਵੱਡੇ ਪੱਧਰ ਦੀਆਂ ਤਬਦੀਲੀਆਂ ਆਈਆਂ, ਫਿਰ ਉਹਨਾਂ ਦੇ ਕਨਫਲਿਕਟ ਵੀ ਇਸ ਗੱਲ 'ਚ ਉਪਜੇ ਨੇ। ਸਿੱਖ ਧਰਮ ਬਹੁਤ ਨਵਾਂ ਲੇਟੈਸਟ ਹੈ। ਕੀ ਇੱਥੇ ਤਬਦੀਲੀ ਦੀ ਸਪੇਸ ਬਿਲਕੁਲ ਨਹੀਂ ਹੈ, ਜਾਂ ਸਿਰਫ ਜਿਹੜੀਆਂ ਟ੍ਰੈਡੀਸ਼ਨਸ ਜਿਹਨੂੰ ਅਸੀਂ ਫੋਲੋ ਕਰਦੇ ਆ ਰਹੇ ਸੀ ਉਸੇ ਦੇ ਤਹਿਤ ਚੱਲਣਾ ਪਊਗਾ? ਮੇਰੇ ਮੁਤਾਬਕ ਇਹ ਹੈ ਕਿ ਇਹਦੇ ਬਾਰੇ ਕੱਟੜਤਾ ਨਾਲ ਲਾਗੂ ਨਹੀਂ ਕਰਨਾ ਚਾਹੀਦਾ। ਇਹ ਹੈ ਕਿ ਟ੍ਰੈਡੀਸ਼ਨ, ਮੈਂ ਅਜ਼ੀਜ਼ ਨਾਲ ਸਹਿਮਤ ਹੈ ਕਿ ਜਿੱਥੋਂ ਤੱਕ ਸੰਭਵ ਹੋਏ ਸਾਨੂੰ ਆਪਣੀਆਂ ਪਵਿੱਤਰ ਜਿਹੜੀਆਂ ਪ੍ਰਥਾਵਾਂ ਹੈਗੀਆਂ ਉਹ ਕਾਇਮ ਰੱਖਣੀਆਂ ਚਾਹੀਦੀਆਂ। ਹਰ ਧਰਮ ਦੀ, ਹਰ ਸੱਭਿਆਚਾਰ ਦੀ ਪਛਾਣ ਉਹਦੇ ਨਾਲ ਜੁੜੀ ਹੁੰਦੀ ਹੈ। ਸਾਨੂੰ ਅੰਨ੍ਹੇਵਾਹ ਦੂਸਰੀਆਂ ਜਿਹੜੀਆਂ ਰਿਲੀਜਨ ਹੈ ਜਾਂ ਟ੍ਰੈਡੀਸ਼ਨਸ ਹੈ ਉਹਨਾਂ ਦੀ ਨਕਲ ਨਹੀਂ ਕਰਨੀ ਚਾਹੀਦੀ। ਮੈਂ ਇਹ ਨਿੱਜੀ ਤੌਰ ਤੇ ਪ੍ਰਵਾਨ ਕਰਦਾ, ਔਰ ਮੈਨੂੰ ਲੱਗਦਾ ਹੈ ਕਿ ਸਾਡੀ ਪਛਾਣ ਦੀਆਂ ਜਿਹੜੀਆਂ ਗੱਲਾਂ ਹੈ ਉਹ ਕਾਇਮ ਰੱਖਣੀਆਂ ਚਾਹੀਦੀਆਂ। ਕੁਝ ਗੱਲਾਂ ਜਿਹੜੀਆਂ ਹੈ ਉਹ ਜਿਹਨੂੰ ਆਪਾਂ ਕਹਿੰਦੇ ਹੈਗੀਆਂ ਪ੍ਰਾਇਮਰੀ, ਜਿਹੜੀਆਂ ਮੁੱਢਲੀਆਂ ਗੱਲਾਂ ਜਿਨ੍ਹਾਂ ਤੇ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ। ਕੁਝ ਹੁੰਦੀਆਂ ਸੈਕੰਡਰੀ, ਜਿਨ੍ਹਾਂ ਬਾਰੇ ਆਪਾਂ ਉਹ ਸਮੇਂ ਦੇ ਮੁਤਾਬਕ ਉਹਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਆਪਾਂ ਪ੍ਰਵਾਨ ਕਰ ਸਕਦੇ। ਮਸਲਨ ਇਹ ਹੈ ਕਿ ਹੁਣ ਜੇ ਆਪਾਂ ਉਸ ਹੱਦ ਤੱਕ ਜਾਈਏ ਤਾਂ ਇਹ ਹੈ ਕਿ ਸਾਡੀ ਪੰਥਕ ਰਹਿਤ ਮਰਿਆਦਾ ਮੁਤਾਬਕ ਜਿਹੜੇ ਸਾਡਾ ਆਨੰਦ ਕਾਰਜ ਦਾ ਵਿਧੀ ਵਿਧਾਨ ਦਿੱਤਾ ਹੋਇਆ ਉਹ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਨਾਲ ਹੀ ਜਿਹੜੇ ਹੈਗਾ ਸਾਡਾ ਉਹ ਹੈਗਾ। ਪਰ ਅੱਜ ਆਪਾਂ ਜਿਸ ਤਰ੍ਹਾਂ ਆਪਣੇ ਆਨੰਦ ਕਾਰਜ ਹੋ ਰਹੇ ਹੈ ਉਹਦੇ ਬਾਰੇ ਆਪਾਂ ਨੂੰ ਪਤਾ ਹੈ ਵੀ ਆਪਾਂ ਮਤਲਬ ਉਹ ਦਿਨ ਵੇਲੇ ਹੁੰਦੇ ਆ, ਬਰਾਤ ਜਦੋਂ ਆਉਂਦੀ ਆ ਉਸ ਵੇਲੇ ਜਾ ਕੇ ਆਨੰਦ ਕਾਰਜ ਹੁੰਦੇ। ਹੁਣ ਇਹ ਆਪਾਂ ਕਹੀਏ ਕਿ ਇਹਦੀ ਉਲੰਘਣਾ ਹੈਗੀ ਆ, ਤੇ ਜੇ ਇਹਨੂੰ ਆਪਾਂ ਜ਼ੋਰ ਨਾਲ ਬੰਦ ਕਰਨਾ ਚਾਹਾਂਗੇ ਵੀ ਇਹ ਕਿਉਂਕਿ ਮਰਿਆਦਾ ਦੇ ਮੁਤਾਬਕ ਨਹੀਂ ਹੈ, ਤੇ ਉੱਥੇ ਕਈ ਜਾ ਕੇ ਖੜ ਜੀ ਵੀ ਅਸੀਂ ਆਨੰਦ ਕਾਰਜ ਤੁਹਾਡਾ ਨਹੀਂ ਹੋਣ ਦੇਣਾ ਕਿਉਂਕਿ ਇਹ ਤਾਂ ਮਰਿਆਦਾ ਦੀ ਉਲੰਘਣਾ ਹੈ। ਮੈਨੂੰ ਲੱਗਦਾ ਕਿ ਉਹਦੇ ਨਾਲ ਸਮੱਸਿਆਵਾਂ ਸਮਾਜ ਦੇ ਵਿੱਚ ਬਖੇੜੇ ਜ਼ਿਆਦਾ ਖੜੇ ਹੁੰਦੇ ਆ। ਮੇਰੀ ਦਲੀਲ ਦਾ ਆਧਾਰ ਇਹੀ ਹੈ ਕਿ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਉਹ ਹਰ ਬੰਦੇ ਨੂੰ ਤੇ ਲਾਗੂ ਠੋਸਣੀਆਂ ਨਹੀਂ ਚਾਹੀਦੀਆਂ। ਸਹਿਮਤੀ ਨਾਲ ਗੱਲ ਕਰਕੇ ਵੀ ਭਾਈ ਆਪਣੀ ਇਹ ਮਰਿਆਦਾ ਹੈ, ਵਾਹ ਲੱਗਦੀ, ਇਹਨੂੰ ਆਪਾਂ ਮਰਿਆਦਾ ਨੂੰ ਇਹਨੂੰ ਆਪਾਂ ਆਬਜ਼ਰਵ ਕਰੀਏ, ਆਪਣੀ ਪਛਾਣ ਹੈ ਇਹ, ਉਹ ਠੀਕ ਹੈ। ਪਰ ਜਦੋਂ ਆਪਾਂ ਬਿਨਾਂ ਕਨਵਿੰਸ ਕੀਤੇ ਤੋਂ
ਕਿਸੇ ਦੀ ਮਜਬੂਰੀ ਦਾ ਧਿਆਨ ਰੱਖੇ ਤੋਂ, ਜੋ ਹਾਲਾਤ ਬਦਲੇ ਉਹਨੂੰ ਧਿਆਨ ਵਿੱਚ ਰੱਖੇ ਤੋਂ ਬਿਨਾਂ, ਔਰ ਜਿਹੜਾ ਇੱਕ ਫੈਸਲਾ ਹੋ ਚੁੱਕਿਆ ਹੈ ਉਹਨੂੰ ਫੈਸਲੇ ਨੂੰ ਅਸੀਂ ਰੱਦ ਕਰ ਦਈਏ ਤੇ ਕਹੀਏ ਵੀ ਮੇਰੀ ਇਹ ਰਾਏ ਹੈ, ਇਹ ਮਰਿਆਦਾ ਹੈਗੀ ਤੇ ਮੈਂ ਇਹ ਇਦਾਂ ਲਾਗੂ ਕਰਨਾ ਚਾਹੁੰਦਾ ਹੈ, ਉਹ ਇੱਕ ਧੜੇ ਦੀ ਹੋ ਜਾਂਦੀ ਹੈ। ਜਿੰਨਾ ਚਿਰ ਉਹ ਸਰਵ ਪ੍ਰਵਾਨਿਤ ਨਹੀਂ ਹੁੰਦੀ ਭਾਈ ਸਾਹਿਬ ਜੀ, ਉਹ ਮੈਨੂੰ ਲੱਗਦਾ ਕਿ ਉਹ ਸਿੱਖ ਸਮਾਜ ਦੇ ਵਿੱਚ ਵਧੇਰੇ ਵੰਡੀਆਂ ਪਾਉਣ ਦੀ ਸੰਭਾਵਨਾ ਹੈਗੀ ਹੈ। ਮੈਨੂੰ ਲੱਗਦਾ ਕਿ ਆਪਾਂ ਨੂੰ ਇਹੋ ਜਿਹਾ ਕੋਈ ਨਹੀਂ ਕਰਨਾ ਚਾਹੀਦਾ ਜਿਹਦੇ ਵਿੱਚ ਦੁਸ਼ਵਾਰੀਆਂ ਸਾਡੇ ਲਈ ਪੰਥਕ ਤੌਰ ਤੇ ਖੜੀਆਂ ਹੋਣ, ਸਿੱਖ ਸਮਾਜ ਦੇ ਵਿੱਚ ਵੰਡੀਆਂ ਨਾ ਪੈਣ। ਮੇਰੀ ਤਾਂ ਇਹੀ ਇੱਛਾ ਹੈਗੀ ਹੈ। ਬਾਕੀ ਮਰਿਆਦਾ ਠੀਕ ਹੈ, ਮਹੱਤਵਪੂਰਨ ਹੈਗੀ ਹੈ, ਆਪਸੀ ਸਹਿਮਤੀ ਨਾਲ ਗੱਲ ਕਰਨੀ ਚਾਹੀਦੀ ਹੈ। ਬਹੁਤ ਇੰਪੋਰਟੈਂਟ ਪੁਆਇੰਟ ਤੁਸੀਂ ਇੱਥੇ ਕੀਤਾ ਹੈ ਸਿਮਰਨਜੀਤ ਸਿੰਘ ਜੀ, ਇਹਦੇ ਤੇ ਮੈਂ ਜਵਾਬ ਚਾਹਣਾ। ਬਹੁਤ ਇੰਪੋਰਟੈਂਟ ਗੱਲ ਡਾਕਟਰ ਕੇਰ ਸਿੰਘ ਹੁਣੇ ਕਹਿ ਰਹੇ ਹੋ, ਕਹਿੰਦੇ ਕਨਵਿੰਸ ਕਰਦੇ। ਇਹ ਇੱਥੇ ਬਹੁਤ ਇੰਪੋਰਟੈਂਟ ਹੈ ਕਿ ਜੇ ਇਸ ਤਰ੍ਹਾਂ ਹੈ, ਉਹ ਕਹਿ ਰਿਹਾ ਕਿ ਗਲਤ ਜਾਂ ਸਹੀ ਦੀ ਗੱਲ ਨਹੀਂ, ਕਨਵਿੰਸ ਕਰਦੇ। ਜੇ ਸੰਗਤ ਨੂੰ ਲੱਗਦਾ, ਮੰਨ ਲਓ ਜਿਸ ਗੁਰੂ ਘਰ ਦੇ ਵਿੱਚ ਇਹ ਘਟਨਾ ਵਾਪਰਦੀ ਹੈ, ਉੱਥੋਂ ਦੇ ਪਿੰਡ ਨੂੰ ਉਹ ਕਨਵਿੰਸ ਕਰਦੇ ਕਿ ਇਹ ਗਲਤ ਹੈ, ਤੇ ਪਿੰਡ ਕਨਵਿੰਸ ਹੁੰਦਾ, ਉਹ ਐਕਸੈਪਟੇਬਿਲਿਟੀ ਲੈ ਕੇ ਆਉਂਦਾ ਵੀ ਜੋ ਅਸੀਂ ਕਰ ਰਹੇ ਹਾਂ ਗਲਤ ਆ, ਫਿਰ ਉਹ ਕਰਦਾ, ਫਿਰ ਉਹ ਬਿਹਤਰ ਸੀਗਾ। ਦੇਖੋ ਠੀਕ ਆ, ਉਹਨਾਂ ਦੀ ਇਹ ਕਨਵਿੰਸ ਕਰਨਾ, ਜਿਹੜਾ ਜਿੰਨੇ ਚਿਰ ਤੋਂ ਪ੍ਰੋਬਲਮ ਦੇ ਚੱਲ ਰਹੀਆਂ, ਹੁਣ ਸਾਡੇ ਇੱਥੇ ਗੁਰੂ ਘਰ ਹੈਗਾ, ਸਾਡੇ ਬੜਾ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ, ਅੱਜ ਦੀ ਨਹੀਂ 10 ਸਾਲ ਦੀ ਕਨਵਿੰਸ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਪਰ ਜਿਹੜੇ ਬੰਦੇ ਲਾਚਾਰ ਵੀ ਨਹੀਂ ਗੇ, ਖਾਸ ਕਰ ਮੈਂ ਮਾਫੀ ਚਾਹੁੰਦਾ ਹੈਗਾ ਕਹਿਣਾ, ਕੁਛ ਉੱਥੇ ਔਰਤਾਂ ਹੈਗੀਆਂ ਉਹ ਲਾਚਾਰ ਵੀ ਹੈ ਨਹੀਂ ਗੀਆਂ, ਪਰ ਉਹ ਫਿਰ ਵੀ ਉਹ ਕੰਮ ਕਰ ਰਹੀਆਂ ਹੈਗੀਆਂ, ਤੇ ਉੱਥੇ ਕਨਵਿੰਸ ਕਰਨ ਦੀ ਬੜੀ ਕੋਸ਼ਿਸ਼ ਕੀਤੀ ਗਈ, ਹੋਰ ਥਾਵਾਂ ਤੇ ਬੜੇ ਥਾਵਾਂ ਤੇ ਕੋਸ਼ਿਸ਼ ਕੀਤੀ ਗਈ। ਗੱਲ ਇਹ ਆ ਵੀ ਜਦੋਂ ਇਹ ਐਕਸ਼ਨ ਹੁੰਦੇ ਆ, ਜਦੋਂ ਹੋਰ ਚੀਜ਼ਾਂ ਕਾਰਗਰ ਨਹੀਂ ਹੁੰਦੀਆਂ, ਕਨਵਿੰਸ ਨਹੀਂ ਹੁੰਦੇ ਬੰਦੇ, ਜਾਂ ਜਿਹੜਾ ਹੈਗਾ ਮੈਂ ਨਾ ਮਾਨੂ ਵਾਲੀ ਗੱਲ ਆ ਵੀ ਅਸੀਂ ਤਾਂ ਮਰਿਆਦਾ ਦੇਖਣੀ ਨਹੀਂ, ਫਿਰ ਇਹ ਚੀਜ਼ਾਂ ਹੁੰਦੀਆਂ ਤੇ ਐਵੇਂ ਕਰਨੀਆਂ ਪੈਂਦੀਆਂ। ਸਾਡੇ ਤੁਸੀਂ ਕਨਵਿੰਸ ਕਰਨ ਦੀ ਗੱਲ ਦੱਸਦੇ ਆ, ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਰਾਲਿਆਂ ਦੀਆਂ, ਜੇ ਤੁਸੀਂ ਜੀਵਨ ਨੂੰ ਜਾਣਦੇ ਹੋਵੋਗੇ, ਜਿਹੜੇ ਉਹਨਾਂ ਦੇ ਜਥੇ ਦੇ ਸਿੰਘ ਸੀਗੇ, ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਰਾਲਿਆਂ ਦੇ ਜਥੇ ਦੇ ਸਿੰਘ ਸੀਗੇ, ਉਹਨਾਂ ਨੂੰ ਪੁੱਛੋ ਕਿੰਨੇ ਆਨੰਦ ਸਿੱਖ ਹੋਣਗੇ, ਕਿੰਨੇ ਮਰਿਆਦਾ ਦੇ ਪੱਕੇ ਹੋਣਗੇ। ਉੱਥੇ ਡਾਂਗ ਹਾਜ਼ਰ ਸੀਗੀ ਗੁਰਬਚਨ ਸਿੰਘ ਜੀ ਪਿੰਡ ਰਾਲਿਆਂ ਵੇਲੇ, ਉਹਨਾਂ ਦੇ ਜਥੇ ਦਾ ਸਿੰਘ ਜਿਹੜੇ ਬਹੁਤ ਪੱਕੇ ਸਿੱਖ ਸੀਗੇ, ਉਹ ਵੀ ਜੇ ਕੋਈ ਮਰਿਆਦਾ 'ਚ ਗਲਤੀ ਕਰਦੇ ਸੀ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀਗਾ ਉਹਨਾਂ ਨੂੰ। ਇਹ ਸਾਨੂੰ ਸਾਡੇ ਵੱਡਿਆਂ ਨੇ ਸਿਖਾਇਆ ਵੀ ਸਾਡੀ ਮਰਿਆਦਾ ਕੀ ਆ, ਤੇ ਜੇ ਮਰਿਆਦਾ ਭੰਗ ਕਰੋਗੇ ਤੇ ਉਹਦੇ ਨਤੀਜੇ ਕੀ ਹੋਣਗੇ। ਮੈਂ ਹੋਰ ਬੜੀਆਂ ਹਵਾਲੇ ਦੇ ਸਕਦਾ ਹੈਗਾ, ਮੈਂ ਜਾਣ ਕੇ ਬਹੁਤ ਸਤਿਕਾਰਤ ਜਿਹੜੀਆਂ ਹਸਤੀਆਂ ਹੈਗੀਆਂ ਉਹਨਾਂ ਦੇ ਹੀ ਹਵਾਲੇ ਦੇ ਰਿਹਾ ਹੈਗਾ। ਕਨਵਿੰਸ ਬੜੇ ਚਿਰ ਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬੜੀਆਂ ਚੀਜ਼ਾਂ ਦੇ ਵਿੱਚ, ਜਦੋਂ ਨਹੀਂ ਕਨਵਿੰਸ ਹੁੰਦੇ ਉਦੋਂ ਫਿਰ ਜਿਹੜਾ ਹੈ ਇੱਕ ਸੈੱਟ ਕਰਨਾ ਪੈਂਦਾ ਹੈਗਾ ਵੀ ਭਾਈ ਹੁਣ ਆਹ ਗੱਲ ਹੋਊਗੀ। ਕਨਵਿੰਸ ਤਾਂ ਤੁਸੀਂ ਜਿਹੜਾ ਮਤਲਬ ਇੱਥੇ ਸਾਡੇ ਇਹ ਵੀ ਹੋਇਆ ਹੈਗਾ ਬਾਬਾ ਦੀਪ ਸਿੰਘ ਜੀ ਦੇ ਸਮੇਂ ਤੇ ਹੀ ਸ਼ਾਇਦ, ਵੀ ਇੱਕ ਬੰਦੇ ਨੇ ਆਪਣੇ ਕੇਸ ਕਤਲ ਕਰਕੇ, ਅੰਮ੍ਰਿਤਧਾਰੀ ਸਿੰਘ ਨੇ ਕੇਸ ਕਤਲ ਕਰਕੇ ਜਿਹੜਾ ਹੈਗਾ ਉਹ ਬਾਬੇ ਦੇ ਕੋਲੇ ਭੇਜਤੇ, ਕਹਿੰਦਾ ਇਹਦੇ ਚੋਂ ਆਪਣਾ ਅੰਮ੍ਰਿਤ ਕੱਢ ਲਓ ਕਰਾਂ ਤੇ ਕੱਢ ਕੇ ਮੈਨੂੰ ਮੇਰੇ ਮੋੜ ਦਿਆ ਜੇ। ਤੇ ਬਾਬੇ ਨੂੰ ਫਿਰ ਜਿਹੜਾ ਹੈਗਾ ਰੋਹ ਚੜਿਆ, ਬਾਬਾ ਆਪਦੇ ਜਥੇ ਦੇ ਸਿੰਘਾਂ ਨੂੰ ਨਾਲ ਲੈ ਕੇ ਆ ਗਿਆ, ਕਹਿੰਦੇ ਤੇਰੇ ਅੱਖਾਂ 'ਚ ਵੀ ਅੰਮ੍ਰਿਤ ਪਾਇਆ ਸੀ, ਉਹ ਵੀ ਕੱਢਣਾ। ਜਦੋਂ ਜਿਹੜੀਆਂ ਜਿਹੋ ਜਿਹੀਆਂ ਪਰਿਸਥਿਤੀਆਂ ਹੁੰਦੀਆਂ, ਫਿਰ ਐਕਸ਼ਨ ਵੀ ਉਦੋਂ ਉਹੋ ਜਿਹੇ ਹੁੰਦੇ ਹੈਗੇ ਆ। ਅਸੀਂ ਦੇਖ ਰਹੇ ਹੈਗੇ ਆ ਕਿਵੇਂ ਮਰਿਆਦਾ ਦੀਆਂ ਧੱਜੀਆਂ ਉੱਡ ਰਹੀਆਂ ਹੈਗੀਆਂ। ਜੇ ਮਰਿਆਦਾ ਦੀਆਂ ਧੱਜੀਆਂ ਉੱਡਣਗੀਆਂ ਏ ਤਾਂ ਉਹਨਾਂ ਦੇ ਐਕਸ਼ਨ ਵੀ ਉਵੇਂ ਹੀ ਹੁੰਦੇ ਆ। ਤਾਂ ਜਿਵੇਂ ਸਤਕਾਰ ਕਮੇਟੀ ਜੋ ਕੁਝ ਕਰ ਰਹੀ ਸੀਗੀ, ਜਿਵੇਂ ਡਾਕਟਰ ਕੇਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਬਹੁਤ ਕੁਝ ਐਸਾ ਕੀਤਾ, ਉਹ ਵੀ ਜਾਇਜ਼ ਠਹਿਰਾਉਂਦੇ ਹੋ ਤੁਸੀਂ? ਨਹੀਂ, ਮੈਂ ਜਿਹੜਾ ਹੈਗਾ ਨਾ ਮੈਨੂੰ ਬਹੁਤ ਆ ਉਹਦੇ ਨਾਲ ਜਿਹੜਾ ਹੈਗਾ ਡਿਟੇਲ 'ਚ ਉਹਦੇ ਬਾਰੇ ਪਤਾ, ਨਾ ਮੈਂ ਜਾਇਜ਼ ਠਹਿਰਾਉਣਾ ਹੈਗਾ। ਮੈਨੂੰ ਉਹ ਪੂਰੇ ਸਿਨੈਰੀਓ ਦਾ ਨਹੀਂ ਪਤਾ ਇਹ ਕੀ ਕਰਦੇ ਆ ਜਾਂ ਕੀ ਨਹੀਂ। ਮੈਨੂੰ ਇੰਨਾ ਪਤਾ ਵੀ ਕੁਝ ਜਿਹੜੀਆਂ ਮਨਮਤਾਂ ਰੋਕਦੇ ਆ, ਜਾਂ ਕੁਝ ਜਿਹੜੇ ਮਨਮਤੀ ਗੁਰੂ ਸਾਹਿਬ ਦੀ ਅਵਗਿਆ ਕਰਦੇ ਆ, ਜਾਂ ਗੁਰੂ ਸਾਹਿਬ ਦੇ ਕੁਝ ਤਨਮੁਖ ਉਹੋ ਜਿਹਾ ਕਰ ਰਹੇ ਹੈਗੇ ਆ, ਤੇ ਉਹਨਾਂ ਨੂੰ ਉਹ ਜਿਹੜੇ ਆ ਮਤਲਬ ਰੋਕਦੇ ਹੈਗੇ ਆ। ਠੀਕ ਆ, ਰੋਕਣਾ ਚਾਹੀਦਾ ਹੈਗਾ, ਤੇ ਅਦਰਵਾਈਜ਼ ਪਰ ਸੰਪਰਦਾਵਾਂ ਦਾ ਕੀ ਕਰੋਗੇ? ਕਿ ਸੰਪਰਦਾਵਾਂ ਨੂੰ ਤੁਸੀਂ ਕੌਮ ਦਾ ਹਿੱਸਾ ਮੰਨਦੇ ਹੋ? ਨਾਨਕਸਰ ਸੰਪਰਦਾ, ਹੋਰ ਬਹੁਤ ਸਾਰੀਆਂ ਸੰਪਰਦਾਵਾਂ ਨੇ, ਉਹਨੂੰ ਤੁਸੀਂ ਸਿੱਖ ਪੰਥ ਦਾ ਹਿੱਸਾ ਮੰਨਦੇ ਹੋ? ਹਾਂ, ਬੜੀਆਂ ਜਿਹੜੀਆਂ ਸਾਡੀ ਮਤਲਬ ਜੀ ਉਹ ਸੰਪਰਦਾਵਾਂ ਦਾ ਅਕਾਲ ਤਖਤ ਸਾਹਿਬ ਦੇ ਬਿਲਕੁਲ ਉਲਟ ਚੱਲਦੀਆਂ। ਬਹੁਤ ਸਾਰੀਆਂ ਸੰਪਰਦਾਵਾਂ ਨੇ, ਖਾਸ ਤੌਰ ਤੇ ਉੱਥੋਂ ਦੇ ਜਿਹੜੇ ਮੁਖੀ ਨੇ ਉਹ ਆਪ ਕੁਰਸੀਆਂ ਤੇ ਬੈਠੇ ਨੇ, ਮਹਾਰਾਜ ਦੀ ਤਾਬਿਆਂ ਦੇ ਵਿੱਚ ਬੈਠੇ, ਉਹ ਤਸਵੀਰਾਂ ਸਾਹਮਣੇ ਆਈਆਂ। ਪਰ ਜਿਹੜੇ ਮਤਲਬ 150 ਸੰਪਰਦਾਵਾਂ ਜਾਂ 150 ਨੁਮਾਇੰਦੇ ਆ ਜਿਹੜੇ, ਉਹ ਤਾਂ ਰਹਿਤ ਮਰਿਆਦਾ 'ਚ ਉਹਨਾਂ ਦੇ ਨਾਂ, ਸੰਪਰਦਾਵਾਂ ਤੇ ਨੁਮਾਇੰਦਿਆਂ ਦੇ ਨਾਂ ਮੈਂਸ਼ਨ, ਉਹਨਾਂ ਨੇ ਤਾਂ ਹੁਣ ਉਹ ਸਾਰੀਆਂ ਚੀਜ਼ਾਂ ਮੰਨੀਆਂ ਹੋਈਆਂ, ਲਿਖਤੀ ਕਿਹਾ ਹੋਇਆ। ਉਦੋਂ ਬਾਅਦ ਉਹਨਾਂ ਚੀਜ਼ਾਂ ਤੋਂ ਮੁਨਕਰ ਹੋ ਰਹੇ ਆ, ਤੇ ਇਸ ਜ਼ਿੰਮੇਵਾਰ ਕੌਣ?
ਨਹੀਂ, ਉਹ ਆਪਣੀ ਪਰੰਪਰਾ ਲੈ ਕੇ ਚੱਲਦੇ ਆ। ਉਹ ਕਹਿੰਦੇ ਕਿ ਸਾਡੀਆਂ ਆਪਣੀਆਂ ਪਰੰਪਰਾਵਾਂ ਨੇ, ਸੰਪਰਦਾ ਆਪਦੀ ਪਰੰਪਰਾ ਤੋਂ ਅੱਡ ਚੱਲਦੀ ਨਹੀਂ ਹੈ। ਤਾਂ ਕੀ ਉਹ ਜੇ ਉਸ ਨੂੰ ਇਸ ਤੱਕੜੀ ਤੇ ਤੋਲੋਗੇ, ਔਰ ਖਾਸ ਤੌਰ ਤੇ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਡਾਕਟਰ ਕੇਹਰ ਸਿੰਘ ਜਿਵੇਂ ਗੱਲ ਕਰ ਰਹੇ ਹੈ, ਉੱਥੇ ਤਾਂ ਫਿਰ ਉਹ ਪੂਰੇ ਹੀ ਨਹੀਂ ਉਤਰਦੇ। ਦੇਖੋ, ਸੰਪਰਦਾਵਾਂ ਵੀ ਕਿੰਨੀਆਂ ਤੇ ਕਿਵੇਂ ਬਣੀਆਂ ਇਹ ਦੇਖਣਾ ਚਾਹੀਦੀਆਂ। ਜਿਹੜੀਆਂ ਮੁੱਖ ਸੰਪਰਦਾਵਾਂ ਹੈਗੀਆਂ, ਟਕਸਾਲ ਦੀ ਮਰਿਆਦਾ ਜਿਹੜੀ ਸਿੱਖ ਪੰਥ ਦੀ ਮਰਿਆਦਾ ਨਾਲ ਕਦੋਂ ਟਕਰਾਉਂਦੀ ਆ? ਅਕਾਲ ਤਖਤ ਦੀ ਮਰਿਆਦਾ ਤੋਂ ਕਦੋਂ ਬਾਗੀ ਹੁੰਦੀ ਆ? ਹੋਰ ਜਿਹੜੀਆਂ ਬਹੁਤ ਸਾਡੀਆਂ ਜਿਹੜੀਆਂ ਘੱਟ ਹੈਗੀਆਂ ਸੰਪਰਦਾਵਾਂ ਵੀ, ਉਹਨਾਂ ਨੂੰ ਜਾਣ ਕੇ ਮਤਲਬ ਜਿਹੜੀਆਂ ਮੂਲ ਸੰਪਰਦਾਵਾਂ ਬਹੁਤ ਥੋੜ੍ਹੀਆਂ, ਤੇ ਉਹ ਕਦੋਂ ਟਕਰਾਉਂਦੀਆਂ? ਤੇ ਜਦੋਂ ਜੇ ਟਕਰਾਈਆਂ ਵੀ ਆ ਤੇ ਉਹ ਮਤਲਬ ਰਿਲਾਈਜ਼ ਕਰਕੇ ਜਿਹੜੀ ਅਸਲ ਮਰਿਆਦਾ ਨੂੰ ਮੰਨਦੀਆਂ। ਬਾਕੀ ਉਹਨਾਂ ਨੂੰ ਇੱਕ ਜਿਹੜੀ ਉਹਨਾਂ ਦੀ ਆਪਦੀ ਮਰਿਆਦਾ ਹੈਗੀ ਆ, ਉਹ ਕਦੇ ਕੰਟਰਾਡਿਕਟ ਨਹੀਂ ਕਰਦੀ ਅਕਾਲ ਤਖਤ ਦੀ ਮਰਿਆਦਾ ਦੇ ਨਾਲ। ਜਦੋਂ ਸੰਪਰਦਾਵਾਂ ਹੀ ਬਹੁਤ ਜ਼ਿਆਦਾ ਬਣ ਜਾਣ ਤੇ ਉਹ ਵੀ ਕਿਸੇ ਇੱਕ ਅਲੱਗ ਉਹ ਫਿਨੋਮੇਨਾ ਹੈਗਾ ਜਿਹਦੇ ਤੋਂ ਬਣ ਰਹੀਆਂ ਹੈਗੀਆਂ, ਉਦੋਂ ਪ੍ਰੋਬਲਮਸ ਆਉਂਦੀਆਂ ਹੈਗੀਆਂ। ਪਰ ਜਿਹੜੀਆਂ ਬਹੁਤ ਸੰਸਥਾਵਾਂ ਹੈ, ਬਹੁਤ ਸੰਪਰਦਾਵਾਂ ਹੈ, ਜਾਂ ਬਹੁਤ ਜਿਹੜੀ ਤੁਸੀਂ ਕਹਿ ਰਹੇ ਹੋ ਡਾਂਗ ਪੈਂਦੀ ਸੀ, ਉਹ ਉੱਥੇ ਲਾਗੂ ਹੋਊਗੀ ਕਿ ਉਹ ਲਾਗੂ ਹੋ ਸਕਦੀ ਹੈ ਉੱਥੇ? ਕਦੇ ਮੇਰੇ ਖਿਆਲ ਕਦੇ ਨਹੀਂ ਹੋ ਸਕਦੀ, ਉਹ ਅੰਦਰ ਵੀ ਨਹੀਂ ਵੜਨ ਦਿੰਦੇ ਉੱਥੇ। ਹਾਂਜੀ, ਜਿਹੜੀ ਤੁਸੀਂ ਇੱਕ ਐਗਜ਼ਾਮਪਲ ਦੇ ਰਹੇ ਸੀਗੇ ਕਿ ਬਹੁਤ ਵਾਰੀ ਜਿਹੜਾ ਉਸ ਤਰੀਕੇ ਦੇ ਨਾਲ ਨਜਿੱਠਣਾ ਪੈਂਦਾ, ਜਿਵੇਂ ਡਾਂਗ ਵਾਲੀ ਐਗਜ਼ਾਮਪਲ ਦਿੱਤੀ ਤੁਸੀਂ ਕਿ ਬਹੁਤ ਸਾਰੇ ਜਿਹੜੇ ਸੀਗੇ ਗਿਆਨੀ ਗੁਰਬਚਨ ਸਿੰਘ ਹੋਣਾ, ਮਾਫ ਕਰਨਾ, ਸੰਤ ਗੁਰਬਚਨ ਸਿੰਘ ਹੋਣਾ ਦੇ ਨਾਲ, ਉਹਨਾਂ ਦੇ ਨਾਲ ਤੁਸੀਂ ਕਿਹਾ ਕਿ ਡਾਂਗ ਵੀ ਪੈ ਜਾਂਦੀ ਸੀ। ਪਰ ਅੱਜ ਕੀ ਉਹ ਉੱਥੇ ਸੰਪਰਦਾਵਾਂ 'ਚ ਲਾਗੂ ਕਰ ਸਕਦੇ ਆ? ਦੇਖੋ, ਗਿਰਾਵਟਾਂ ਆਈਆਂ, ਬੜੇ ਕਾਸੇ ਦੀਆਂ ਗਿਰਾਵਟਾਂ ਬੜੀਆਂ ਸੰਸਥਾਵਾਂ 'ਚ, ਬੜੀਆਂ ਸੰਪਰਦਾਵਾਂ 'ਚ ਆਈਆਂ ਹੈਗੀਆਂ। ਪਰ ਅਸੀਂ ਹੁਣ ਜਿਹੜਾ ਹੈਗਾ ਮਤਲਬ ਨੈਗੇਟਿਵਿਟੀ ਚੋਂ ਗਿਰਾਵਟਾਂ ਨੂੰ ਐਗਜ਼ਾਮਪਲ ਦੇ ਤੌਰ ਤੇ ਲੈਣਾ ਹੈਗਾ, ਜਾਂ ਆਪਦੇ ਸਿੱਖ ਟ੍ਰੈਡੀਸ਼ਨ ਚੋਂ ਐਗਜ਼ਾਮਪਲ ਦੇ ਤੌਰ ਤੇ ਲੈਣਾ ਹੈਗਾ। ਮੈਂ ਬਹੁਤ ਸਾਹਿਤ ਪੜ੍ਹਿਆ ਹੈਗਾ, ਸਿੱਖਾਂ ਦਾ ਸਾਹਿਤ, ਬੜੇ ਪੁਰਾਤਨ ਗ੍ਰੰਥ ਪੜ੍ਹੇ ਹੈਗੇ ਆ। ਮੈਨੂੰ ਤਾਂ ਮਤਲਬ ਇਹੋ ਜਿਹੀਆਂ ਜਿਹੜੀ ਇਹ ਵੀ ਨਾ ਇੱਕ ਮਾਡਰਨ ਪੀਰੀਅਡ ਆ, ਮਾਡਰਨ ਮਤਲਬ ਜਿਹੜਾ ਹੈਗਾ ਈਰਾ ਦੇ ਵਿੱਚ, ਮਤਲਬ ਤੁਸੀਂ ਬਹੁਤ ਜ਼ਿਆਦਾ ਨਰਮਾਈ ਵਰਤੋ, ਜਾਂ ਮਤਲਬ ਤੁਸੀਂ ਜਿਹੜਾ ਹੈਗਾ ਚੀਜ਼ਾਂ ਨੂੰ ਮਤਲਬ ਹਿਊਮਨ ਪਰਸਪੈਕਟਿਵ 'ਚ ਲਿਆ ਕੇ, ਹਿਊਮਨ ਗਰਾਊਂਡ ਤੇ ਲਿਆ ਕੇ ਦੇਖੋ। ਤੇ ਇਹ ਕੌਮਾਂ ਦੇ ਮਤਲਬ ਗਿਰਾਵਟ ਦੀ ਨਿਸ਼ਾਨੀ ਹੈਗੀ ਆ, ਵੀ ਜਿਹੜੀਆਂ ਕੌਮਾਂ ਬਹੁਤ ਚੜ੍ਹਦੀ ਕਲਾ 'ਚ ਜਿਉਣੀਆਂ ਚਾਹੀਦੀਆਂ ਹੈਗੀਆਂ, ਗੁਰੂ ਦੇ ਸਨਮੁਖ ਜੋ ਸਾਡੀਆਂ ਪਰੰਪਰਾਵਾਂ ਉਹਨਾਂ ਨੂੰ ਨਤਮਸਤਕ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਇਨ ਬਿਨ ਫਾਲੋ ਕਰਨਾ ਚਾਹੀਦਾ, ਉਹਦੀ ਥਾਂ ਤੇ ਅਸੀਂ ਮਤਲਬ ਮਾਡਰਨ ਲਾਜਿਕ ਜੇ ਲਿਆ ਕੇ ਤੇ ਉਹ ਉਵੇਂ ਬਣ ਰਹੇ ਹੈਗੇ ਆ। ਮੈਨੂੰ ਤਾਂ ਨਹੀਂ ਲੱਗਦਾ ਇਹਦੇ 'ਚ ਕੋਈ ਚੰਗੀ ਗੱਲ ਆ। ਠੀਕ ਹੈ, ਬਹੁਤ ਧੰਨਵਾਦ। ਆਖਰੀ ਸਵਾਲ ਡਾਕਟਰ ਕੇਹਰ ਸਿੰਘ ਸਾਹਿਬ ਤੁਹਾਨੂੰ, ਕਿ ਜਿਵੇਂ ਕਹਿੰਦੇ ਆ ਕਿ ਹਿਊਮਨ ਬੀਇੰਗ ਇਵੋਲਵ ਹੋ ਰਿਹਾ ਹੈ, ਸਦੀਆਂ ਤੋਂ ਇਵੋਲਵ ਹੋ ਰਿਹਾ, ਧਰਮ ਵੀ ਇਵੋਲਵ ਹੁੰਦੇ ਹੈ, ਤਾਂ ਕੀ ਜਿਹੜੀ ਟ੍ਰੈਡੀਸ਼ਨ ਹੈ ਉਹ ਇਸ ਐਵੋਲਿਊਸ਼ਨ ਨੂੰ ਰੋਕਦੀ ਹੈ? ਕਿ ਸਿੱਖ ਧਰਮ ਦੇ ਵਿੱਚ ਜੋ ਪਰੰਪਰਾਵਾਂ ਨੇ ਉਹਦੇ ਆਧਾਰ ਤੇ ਹੀ ਚੱਲਣਾ ਮੁਨਾਸਬ ਰਹੂਗਾ, ਜਾਂ ਫਿਰ ਜੇ ਸਮੇਂ ਦੇ ਨਾਲ ਕੁਝ ਤਬਦੀਲੀਆਂ ਨੇ ਤਾਂ ਉਹਦੀ ਐਕਸੈਪਟੇਬਿਲਿਟੀ ਕੌਮ ਦੇ ਵਿੱਚ ਇੱਕ ਕੰਸੈਂਸਸ ਬਣਨਾ ਲਾਜ਼ਮੀ ਹੈ ਕਿ ਇਸ ਤਰੀਕੇ ਨਾਲ ਆਹ ਚੀਜ਼ਾਂ ਹੁਣ ਤਬਦੀਲ ਕਰ ਦਈਏ? ਜਿਵੇਂ ਮਿਸਾਲ ਦੇ ਤੌਰ ਤੇ ਬਹੁਤ ਸਾਰੇ ਜਿਹੜੇ ਸਿੱਖ ਪ੍ਰਚਾਰਕ ਨੇ, ਜਿਹੜੇ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਆਪਦਾ ਵਿਸ਼ਵਾਸ ਨਹੀਂ ਪ੍ਰਗਟਾਉਂਦੇ, ਉਹ ਕਹਿੰਦੇ ਆ ਕਿ ਅੱਜ ਸ਼ਸਤਰ ਦੀ ਲੋੜ ਨਹੀਂ, ਅੱਜ ਤਾਂ ਸ਼ਸਤਰ ਤੁਹਾਡਾ ਦਿਮਾਗ, ਤੁਹਾਡਾ ਸ਼ਸਤਰ ਹੋਣਾ ਚਾਹੀਦਾ ਹੈ, ਅੱਜ ਹਾਲਾਤ ਬਦਲ ਚੁੱਕੇ ਨੇ। ਇਸ ਲਿਹਾਜ਼ ਤੋਂ ਗੱਲ ਕਰ ਰਿਹਾ ਮੈਂ। ਦੇਖੋ, ਗੱਲ ਇਹ ਹੈ ਵੀ ਪੰਥ ਦੇ ਵਿੱਚ ਕਈ ਗੱਲਾਂ ਦੇ ਉੱਪਰ ਵਿਚਾਰਾਂ ਦੀ ਭਿੰਨਤਾ ਹੈਗੀ ਹੈ, ਸਹਿਮਤੀ ਨਹੀਂ। ਉਹਨਾਂ ਬਾਰੇ ਇੱਕ ਪੰਥਕ ਰਾਏ ਇਹੀ ਹੈ ਵੀ ਜਿੰਨਾ ਚਿਰ ਆਮ ਸਹਿਮਤੀ ਨਹੀਂ ਹੁੰਦੀ, ਉਹਨਾਂ ਚਿਰ ਤੁਸੀਂ ਉਹ ਜ਼ਬਰੀ ਲਾਗੂ ਨਹੀਂ ਕਰਨਾ ਚਾਹੀਦਾ। ਮਸਲਨ ਮੈਂ ਕਹਿਣਾ ਹੈ ਵੀ ਇਸੇ ਤਰ੍ਹਾਂ ਆਪਣੇ ਝਟਕਾ ਮੀਟ ਛਕਣ ਬਾਰੇ ਹੀ ਆਪਾਂ ਜਾਣਦੇ ਹਾਂ ਵੀ ਅੱਡ-ਅੱਡ ਸੰਪਰਦਾਵਾਂ ਵਿੱਚ ਹੈਗਾ ਹੈ ਵੀ ਸਾਡੀ ਮਰਿਆਦਾ ਮੀਟ ਛਕਣ ਦੀ ਹੈ, ਝਟਕਾ ਛਕਣ ਦੀ ਹੈ। ਕੁਝ ਕਹਿੰਦੇ ਨਹੀਂ ਹੈ, ਆਪਾਂ ਨੂੰ ਪਤਾ ਹੈ। ਔਰ ਉਹ ਬਿਲਕੁਲ ਉਹ ਜਿਹੜੇ ਅੱਡ-ਅੱਡ ਵਿਚਾਰ ਰੱਖਣ ਵਾਲੇ ਹੈ, ਉਹ ਬਿਲਕੁਲ ਉਹਨਾਂ ਨੂੰ ਅਸੀਂ ਗੈਰ ਪੰਥਕ ਨਹੀਂ ਕਹਾਂਗੇ, ਗੈਰ ਸਿੱਖ ਨਹੀਂ ਕਹਾਂਗੇ, ਜਾਂ ਗੈਰ ਵਿਸ਼ਵਾਸੀ ਨਹੀਂ ਕਹਾਂਗੇ। ਉਹ ਬਿਲਕੁਲ ਸੱਚੇ ਸੁੱਚੇ ਇਨਸਾਨ ਹਨ, ਔਰ ਉਹਨਾਂ ਦੀ ਸੋਚ ਵਿੱਚ ਫਰਕ ਹੈਗਾ। ਉਹਨਾਂ ਦੇ ਮੁਤਾਬਕ ਇਹ ਚੀਜ਼ ਪੰਥ ਦੇ ਵਿੱਚ ਅਲਾਉਡ ਹੈ, ਇੱਕ ਸੈਕਸ਼ਨ ਕਹਿੰਦੀ ਨਹੀਂ ਅਲਾਉਡ। ਏਦਾਂ ਹੀ ਤੁਸੀਂ ਦੇਖੋ ਕਿ ਦਸਮ ਗ੍ਰੰਥ ਦੇ ਬਾਰੇ ਹੈਗਾ, ਕੁਝ ਕਹਿੰਦੇ ਦਸਮ ਗ੍ਰੰਥ ਨੂੰ ਪ੍ਰਮਾਣਿਤ ਕਰਨਾ, ਕੁਝ ਉਹਨਾਂ ਤੇ ਪ੍ਰਸ਼ਨ ਖੜਾ ਕਰਦੇ। ਹੁਣ ਮਸਲਾ ਹੈ, ਕੁਝ ਗੱਲਾਂ ਕੇਂਦਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਵਿੱਤਰਤਾ ਹੈ, ਸਤਿਕਾਰ ਹੈ, ਇਹ ਸਾਡੀ ਕੇਂਦਰੀ ਧੁਰਾ ਹੈ।
ਉਹ ਹਰ ਤਰ੍ਹਾਂ ਸਤਿਕਾਰ ਬਹਾਲ ਕਰਨਾ ਚਾਹੀਦਾ ਹੈ। ਕਿ ਉਹ ਸਤਿਕਾਰ ਜਿਹੜਾ ਹੈ ਉਹ ਜਾਣ ਬੁੱਝ ਕੇ, ਜਿਸ ਤਰ੍ਹਾਂ ਮੇਰਾ ਛੋਟਾ ਵੀਰ ਇਹ ਕਹਿ ਰਿਹਾ, ਉਹ ਜਾਣ ਬੁੱਝ ਕੇ ਘੇਸਲ ਮਾਰ ਕੇ ਕੋਈ ਕਰ ਰਿਹਾ ਹੋਇਆ, ਫਿਰ ਮੈਂ ਇਹਨਾਂ ਨਾਲ ਸਹਿਮਤ ਹਾਂ। ਜੇ ਕੋਈ ਮਜਬੂਰੀ ਚੋਂ ਹੋ ਰਿਹਾ ਹੋਇਆ, ਫਿਰ ਇਹੋ ਜਿਹੇ ਮਜਬੂਰੀ ਵਾਲਿਆਂ ਨੂੰ ਅਕੋਮੋਡੇਟ ਕਰਨ ਦੀ ਲੋੜ ਹੈ। ਮੇਰੀ ਤਾਂ ਇਹੀ ਮੁੜ ਕੇ ਆਰਗੂਮੈਂਟ ਉੱਥੇ ਹੀ ਹੈਗੀ ਹੈ ਕਿ ਜਦੋਂ ਇੱਕ ਧਿਰ ਦੀ ਵਿਚਾਰਧਾਰਾ ਹੁੰਦੀ ਕਿ ਮੇਰੇ ਮੁਤਾਬਕ ਪੰਥਕ ਮਰਿਆਦਾ ਇਹ ਹੈ ਔਰ ਦੂਸਰੀ ਪੰਥਕ ਮਰਿਆਦਾ ਤੋਂ ਭਿੰਨ ਕੋਈ ਸੋਚ ਹੋ ਹੀ ਨਹੀਂ ਸਕਦੀ ਜੋ ਮੇਰੀ ਸੋਚ ਹੈ, ਤਾਂ ਇਹ ਗੱਲ ਖਤਰਨਾਕ ਹੁੰਦੀ ਹੈ। ਇਹਦੇ ਨਾਲ ਫੁੱਟ ਵੰਡੀਆਂ ਜ਼ਿਆਦਾ ਪੈਂਦੀਆਂ। ਉਹਦਾ ਕੋਈ ਬੰਨ ਨੂੰ ਬੰਨਣਾ ਚਾਹੀਦਾ ਜਿਹਦੇ ਬਾਰੇ ਆਮ ਰਾਏ, ਸਾਂਝੀ ਰਾਏ ਕਾਇਮ ਕਰਨੀ ਚਾਹੀਦੀ ਹੈ। ਜਦੋਂ ਕੋਈ ਇੱਕ ਧਿਰ ਮੰਨ ਲੈ ਕਿ ਇਹੀ ਪੰਥਕ ਮਰਿਆਦਾ ਹੈ ਜੋ ਮੈਨੂੰ ਸਮਝ ਆਈ ਹੈ, ਜਿਹੜਾ ਇਹਦੇ ਨਾਲ ਸਹਿਮਤ ਨਹੀਂ, ਉੱਥੇ ਡਾਂਗ ਫੇਰਨੀ ਚਾਹੀਦੀ ਹੈ। ਫਿਰ ਡਾਂਗਾਂ ਫਿਰਨਗੀਆਂ, ਇੰਨੀ ਕਿਹੜੀ ਗੱਲ ਹੈ। ਡਾਂਗਾਂ ਇੱਕ ਧਿਰ ਕੋਲ ਥੋੜੀਆਂ, ਦੂਜੀ ਧਿਰ ਕੋਲ ਵੀ ਡਾਂਗਾਂ ਹੁੰਦੀਆਂ, ਉਹ ਫਿਰ ਡਾਂਗਾਂ ਹੀ ਫਿਰਦੀਆਂ ਹੁੰਦੀਆਂ। ਉਹਦਾ ਫਾਇਦਾ ਨਹੀਂ ਹੁੰਦਾ, ਉਹ ਕੌਮ ਵਾਸਤੇ ਫਾਇਦਾ ਨਹੀਂ ਹੈ। ਡਾਂਗ ਜਿਹੜੀ ਹੈ ਉਹ ਲਾਸਟ ਰਿਜ਼ਲਟ ਹੁੰਦੀ ਹੈ ਜਦੋਂ ਆਪਾਂ ਦੇਖਦੇ ਹਾਂ ਕਿ ਇੱਥੇ ਬਿਲਕੁਲ ਹੀ ਸਾਡਾ ਮੂਲ ਹੀ ਜਿਹੜਾ ਉਹ ਚੈਲੰਜ ਹੋ ਰਿਹਾ, ਉਦੋਂ ਗੱਲ ਸਮਝ ਆਉਂਦੀ ਹੈ। ਜੇ ਹੁਣ ਪੈਰੀਫਰਲ ਚੀਜ਼ਾਂ ਤੇ ਡਾਂਗ ਫੇਰਨ ਦੀ ਗੱਲ ਆਉਂਦੀ ਤਾਂ ਫਿਰ ਅੱਗੇ ਫੇਰ ਹੀ ਰਹੀ ਆਪਾਂ ਤਾਂ ਸਾਡੇ ਸਾਹਮਣੇ ਜੋ ਇਸ ਵੇਲੇ ਸਾਡੇ ਹਾਲਾਤ ਹਨ, ਇਹਨੂੰ ਹੋਰ ਦੁਸ਼ਵਾਰੀਆਂ ਪੈਦਾ ਕਰ ਲਾਂਗੇ ਅਸੀਂ ਆਪਣੇ ਵਾਸਤੇ। ਮੇਰੇ ਮੁਤਾਬਕ ਇਸ ਕਿਸਮ ਦੀ ਐਕਸਟ੍ਰੀਮ ਅਪਰੋਚ ਨਹੀਂ ਲੈਣੀ ਚਾਹੀਦੀ, ਇਹ ਪੰਥਕ ਹਿੱਤ ਵਿੱਚ ਨਹੀਂ ਹੈ। ਮੈਨੂੰ ਇਦਾਂ ਸਮਝ ਆਈ ਹੈ, ਬਾਕੀ ਠੀਕ ਆਪੋ ਆਪਣੇ ਵਿਚਾਰ ਹੁੰਦੇ। ਹਾਂਜੀ, ਬਹੁਤ ਧੰਨਵਾਦ ਡਾਕਟਰ ਕੇਰ ਸਿੰਘ ਜੀ, ਤੁਸੀਂ ਸਮਾਂ ਦਿੱਤਾ। ਸਿਮਰਨਜੀਤ ਸਿੰਘ ਜੀ, ਤੁਸੀਂ ਵੀ ਸਮਾਂ ਦਿੱਤਾ। ਹਾਲਾਂਕਿ ਡਾਕਟਰ ਸਾਹਿਬ ਆਖਰ 'ਚ ਕਹਿ ਰਹੇ ਆ ਕਿ ਡਾਂਗ ਇੰਨਾ ਐਕਸਟ੍ਰੀਮ ਕਦਮ ਤਾਂ ਫਿਰ ਉਹ ਆਖਰ ਹੀ ਹੁੰਦਾ, ਇਹ ਅਜੇ ਉਹ ਸਥਿਤੀ ਇਹਨਾਂ ਨੂੰ ਨਹੀਂ ਲੱਗ ਰਿਹਾ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਦੋਨਾਂ ਨੇ।